हाँ जी, ਅੱਜ ਦੀ ਕਲਾਸ ਦੇ ਵਿੱਚ ਅਸੀਂ evolution of science in medicine के मेडिसिन ਦੇ ਅੰਦਰ किस तरह साइंस आई है और की असर ਉਹਦੇ ਹੋਏ ਨੇ ਉਹਦੇ ਤੇ डिस्कस ਕਰਾਂਗੇ। और ਇਹ ਤੇ ਇੱਕ ਬਹੁਤ ਵੱਡਾ ਤੁਹਾਨੂੰ ਪਤਾ ਹੈ ਕਿ ਟੌਪਿਕ ਹੈ, ਬਹੁਤ ਵੱਡਾ ਸਬਜੈਕਟ ਹੈ। ਮੈਂ ਥੋੜਾ ਜਿਹਾ ਇਸ ਵਾਈਲਡ ਐਨੀਮਲ ਨੂੰ ਨੱਥ ਪਾਉਣ ਲਈ ਕੋਈ ਥੋੜਾ ਜਿਹਾ ਇਸ ਤਰ੍ਹਾਂ ਆਰਗੇਨਾਈਜ਼ ਕੀਤਾ ਕਿ ਆਪਾਂ ਸ਼ੁਰੂ ਵਿੱਚ ਦੇਖਦੇ ਹਾਂ ਕਿ ਥੋੜੀਆਂ ਡੈਫੀਨੇਸ਼ਨਸ ਕਰਾਂਗੇ। ਉਸ ਤੋਂ ਬਾਅਦ ਅਸੀਂ ਕਰਦੇ ਹਾਂ ਕਿ ਸਾਡੀ ਇਸ ਰਿਲੇਸ਼ਨਸ਼ਿਪ ਦੀ ਸਾਇੰਸ ਦੀ ਔਰ ਮੈਡੀਸਨ ਦੀ ਆਪਸ ਦੇ ਵਿੱਚ ਜਰਨੀ ਕਿਵੇਂ ਰਹੀ ਆ, ਡਿਫਰੈਂਟ ਅਲੱਗ-ਅਲੱਗ ਪੀਰੀਅਡਸ ਦੇ ਵਿੱਚੋਂ ਦੀ ਲੰਘਾਂਗੇ। ਤੀਸਰਾ, ਜਿਉਂ-ਜਿਉਂ ਅਸੀਂ ਇਹ ਪੀਰੀਅਡਸ ਦੇ ਵਿੱਚੋਂ ਲੰਘਦੇ ਜਾਂਦੇ ਹਾਂ ਕਿ ਅਲੱਗ-ਅਲੱਗ ਟਾਈਪ ਦੀਆਂ ਜਿਹੜੀਆਂ ਫਾਰਮਸ ਆਫ ਮੈਡੀਸਨ ਜਾਂ ਜਿਹਨਾਂ ਨੂੰ ਅੱਜ ਕੱਲ੍ਹ ਅਸੀਂ ਆਲਟਰਨੇਟ ਮੈਡੀਸਨ ਵੀ ਕਹਿੰਦੇ ਹਾਂ, ਕਿਵੇਂ ਉਹ ਆਈਆਂ ਹੋਣ ਦੇ ਵਿੱਚ ਤੇ ਕਿਸ ਤਰ੍ਹਾਂ ਉਹਨਾਂ ਦੀ ਦਾ ਸਟੇਟਸ ਚੇਂਜ ਹੁੰਦਾ ਗਿਆ। ਔਰ ਅਖੀਰ ਦੇ ਵਿੱਚ ਅਸੀਂ ਇਹ ਕਰਾਂਗੇ ਕਿ ਕਿਹੜੇ ਫੈਕਟਰਸ ਨੇ ਇਸ ਰਿਲੇਸ਼ਨਸ਼ਿਪ ਦੇ ਅੰਦਰ ਸਾਇੰਸ ਦਾ ਮੈਡੀਸਨ ਦੇ ਉੱਤੇ ਜੋ ਰਿਸ਼ਤਾ ਹੈਗਾ, ਕੀ ਫੈਕਟਰਸ ਨੇ ਕੰਮ ਕੀਤਾ, ਕੀ ਬੈਰੀਅਰਸ ਨੇ, ਉਹਦੇ ਤੇ ਵੀ ਡਿਸਕਸ ਕਰਾਂਗੇ। ਸੋ ਚਲੋ ਚੱਲਦੇ ਹਾਂ ਕਿ ਪਹਿਲੀ ਸਲਾਈਡ ਹੈ ਕਿ ਡੈਫੀਨੇਸ਼ਨਸ। ਦੇਖੋ, ਹੈਲਥ ਜਿਹੜੀ ਹੈ ਸਾਡੀ ਪੂਰੀ ਦੀ ਪੂਰੀ ਫਿਜ਼ੀਕਲ, ਮੈਂਟਲ ਤੇ ਸੋਸ਼ਲ ਵੈਲਬੀਇੰਗ ਜਿਹੜੀ ਹੈ ਉਹਨੂੰ ਅਸੀਂ ਹੈਲਥ ਕਹਿ ਸਕਦੇ ਹਾਂ। ਇਹਦੇ 'ਚ ਦੋ ਚੀਜ਼ਾਂ ਨੇ, ਇੱਕ ਤਾਂ ਤੁਹਾਡੀ ਪਰਸਨਲ ਹੈਲਥ ਹੈ ਔਰ ਦੂਸਰੀ ਆਪਣੀ ਸੁਸਾਇਟੀ ਜਿਹਦੇ ਵਿੱਚ ਰਹਿੰਦੇ ਆ ਉਹਦੀ ਹੈਲਥ ਹੈ। ਇਹ ਦੋਵੇਂ ਚੀਜ਼ਾਂ ਇੰਪੋਰਟੈਂਟ ਨੇ ਹੈਲਥ ਦੀ ਡੈਫੀਨੇਸ਼ਨ ਦੇ ਅੰਦਰ। ਔਰ ਦੂਸਰੇ ਨੰਬਰ ਤੇ ਕਹੀਏ ਕਿ ਡਿਜ਼ੀਜ਼ ਕੀ ਚੀਜ਼ ਹੈ, ਕਿ ਐਨੀ ਕੰਡੀਸ਼ਨ ਜਿਹੜੀ ਕਿ ਤੁਹਾਡੇ ਲਿਵਿੰਗ ਨੂੰ, ਤੁਹਾਡੀ ਹੈਲਥ ਦੇ ਨਾਰਮਲ ਫੰਕਸ਼ਨ ਨੂੰ ਇੰਟਰਫੇਅਰ ਕਰਦੀ ਹੈ, ਉਸ ਨੂੰ ਕਹਿ ਸਕਦੇ ਹਾਂ ਕਿ ਇਹ ਦੁੱਖ ਹੈ, ਇਹ ਡਿਜ਼ੀਜ਼ ਹੈ, ਇਹ ਡਿਸਈਜ਼ ਹੈ, ਜਿਹਦੇ ਕਿ ਸਾਈਨਸ ਔਰ ਸਿੰਪਟਮਸ ਹੁੰਦੇ ਨੇ, ਸਭ ਕੁਝ ਹੁੰਦਾ ਹੈ। ਤੇ ਅੱਗੇ ਕਿ ਮੈਡੀਸਨ ਕੀ ਚੀਜ਼ ਹੈ, ਇਹ ਫੀਲਡ ਆਫ ਹੀਲਿੰਗ ਜਿਹੜਾ ਹੈਗਾ, ਇਹਨੂੰ ਫੀਲਡ ਆਫ ਹੈਲਥ ਐਂਡ ਹੀਲਿੰਗ ਕਹਿ ਸਕਦੇ ਹਾਂ। ਹਾਂ, ਹੈਲਥ ਤੁਹਾਡੀ ਪਰਸਨਲ ਹੋ ਸਕਦੀ ਹੈ, ਸੁਸਾਇਟੀ ਦੀ ਹੈਲਥ ਹੋ ਸਕਦੀ ਹੈ। ਇਹ ਬੜਾ ਵੱਡਾ ਫੀਲਡ ਹੈ। ਇਹਨੂੰ ਮੈਡੀਸਨ ਇਨ ਜਨਰਲ, ਮੇਰਾ ਮਤਲਬ ਉਹ ਨਹੀਂ ਕਿ ਮੈਡੀਸਨ ਜਾਂ ਸਰਜਰੀ ਜਾਂ ਆਰਥੋਪੀਡਿਕਸ ਜਾਂ ਉਹ ਮੈਡੀਸਨ ਇਨ ਜਨਰਲ। ਤੇ ਅਖੀਰ ਦੇ ਵਿੱਚ ਅਸੀਂ ਥੋੜਾ ਜਿਹਾ ਇਹ ਵੀ ਡਿਫਾਈਨ ਕਰ ਲਈਏ ਕਿ ਸਾਇੰਸ ਜਿਹੜੀ ਅਸੀਂ ਡਿਸਕਸ ਕਰ ਰਹੇ ਹਾਂ, ਇਸਦਾ ਰਿਸ਼ਤਾ, ਸਾਇੰਸ ਕੀ ਚੀਜ਼ ਹੈ। ਦੇਖੋ ਜੀ, ਸਾਇੰਸ ਹੈ ਜੋ, ਇਹ ਤੇ ਇੱਕ ਐਵੀਡੈਂਸ ਬੇਸਡ ਨੌਲੇਜ ਹੈ ਜਿਹਦੇ ਵਿੱਚ ਅਸੀਂ ਇਸ ਨੂੰ ਅਪਲਾਈ ਕਰਕੇ ਪ੍ਰੋਬਲਮ ਸੋਲਵ ਕਰ ਸਕਦੇ ਹਾਂ। ਇਸ ਨੌਲੇਜ ਨੂੰ ਅਕਵਾਇਰ ਕਰਨਾ ਬੜੇ ਪਰਸਿਸਟੈਂਟ ਤਰੀਕੇ ਦੇ ਨਾਲ, ਇਹਦੀ ਅੰਡਰਸਟੈਂਡਿੰਗ ਕਰਨੀ, ਇਹਨੂੰ ਫਿਰ ਅਪਲਾਈ ਕਰਨਾ, ਦੋਵੇਂ ਆਪਣੀ ਪਰਸਨਲ ਹੈਲਥ ਲਈ ਵੀ, ਸੋਸ਼ਲ ਹੈਲਥ ਲਈ ਵੀ, ਔਰ ਬਹੁਤ ਹੀ ਇਨ ਸਿਸਟਮੈਟਿਕ ਵੇ ਐਵੀਡੈਂਸ ਤੇ ਆਧਾਰਿਤ ਇਹ ਸਾਰਾ ਕੰਮ ਕਰਨਾ, ਉਹਨੂੰ ਅਸੀਂ ਸਾਇੰਸ ਕਹਿੰਦੇ ਹਾਂ। ਸਾਇੰਸ ਦਾ ਅੰਡਰਲਾਈਨ ਥੀਮ ਹੈ ਕਿ ਤੁਹਾਡੇ ਦਿਲ ਦੇ ਵਿੱਚ, ਦਿਮਾਗ ਦੇ ਵਿੱਚ ਇੱਕ ਕਿਸਮ ਦਾ ਸਕੈਪਟਿਸਿਜ਼ਮ ਹੈਗਾ, ਇੱਕ ਕਿਸਮ ਦੇ ਕੁਐਸਚਨ ਨੇ, ਔਰ ਇਹੀ ਸਾਇੰਸ ਦਾ ਬੇਸਿਸ ਬਣਦੇ ਨੇ ਕਿ ਇਹ ਚੀਜ਼ ਕਿਉਂ ਹੋਈ, ਵਾਈ, ਔਰ ਕਿਵੇਂ ਹੋਈ, ਔਰ ਹਾਊ ਇਟ ਹੈਪਨ। ਇਹ ਜਿਹੜੇ ਕੁਐਸਚਨਸ ਨੇ ਕਿਉਂ ਔਰ ਕਿਵੇਂ ਦੇ, ਇਹ ਤੁਹਾਡੀ ਥਿੰਕਿੰਗ ਦੇ ਵਿੱਚ ਇਵੋਲਵ ਹੁੰਦੇ ਨੇ, ਇਹ ਤੁਹਾਡੀ ਪ੍ਰੈਕਟੀਕਲ ਸਾਇੰਟੀਫਿਕ ਜੋ ਇਨੋਵੇਸ਼ਨਸ ਹੁੰਦੀਆਂ ਉਹਨਾਂ ਦੇ ਵਿੱਚ ਆਉਂਦੇ ਨੇ, ਜਿਸ ਕਰਕੇ ਅਸੀਂ ਇਹਨੂੰ ਸਾਇੰਟੀਫਿਕ ਥਿੰਕਿੰਗ ਕਹਿ ਸਕਦੇ ਹਾਂ, ਸਾਇੰਟੀਫਿਕ ਐਕਸਪੈਰੀਮੈਂਟਸ ਕਹਿ ਸਕਦੇ ਹਾਂ, ਇਨਵੈਂਸ਼ਨਸ ਕਹਿ ਸਕਦੇ ਹਾਂ। ਠੀਕ ਹੈ, ਚਲੋ ਫਿਰ ਅੱਗੇ ਚੱਲਦੇ ਹਾਂ।
कि जिहड़ी हिस्टरी है, दुख दर्द की हिस्टरी है, इत्ते देखो जी, इंसानियत जदों तो पैदा हुई है, आदमी दे नाल दुख ते तकलीफां नाल ही आईयां ने। आदमी उन्हां दा शिकार ही रहा है, और नाल ही आदमी उन्हां दे इलाज दे लई जड़ियां बूटियां दी भाल दे लई ते जंगलां ते पर्वतां च भटकदा रहा है। वो क्वेश्चन ਉਹਦੇ दिल च हमेशा रहा। सो साइंस ਦਾ ਇਹ एलिमेंट कि ये बीमारी हो गई है, ਇਹਦਾ इलाज की होएगा, वो शुरू तो ही नाल ही रहा। पहला ਅਸੀਂ देखिए कि वेदां तो पहले ਜਿਹੜੀ ਮੈਡੀਸਿਨ ਸੀ ਹੜੱਪਾ ਸਿਵਲਾਈਜੇਸ਼ਨ ਜਾਂ 올ਡ ਇੰਡੀਅਨ ਸਿਵਲਾਈਜੇਸ਼ਨ ਦੇ ਵਿੱਚ, ਉਹਦੇ ਵਿੱਚ ਹਾਈਜੀਨ ਦਾ ਕਨਸੈਪਟ ਸੀ, ਵਾਟਰ ਦਾ ਕਨਸੈਪਟ ਸੀ, ਮੈਡੀਸਨਲ ਪਲਾਂਟਸ ਜਿਹੜੇ ਨੇ ਉਹ ਵੀ ਬੜੇ ਸੀ। ਸੋ ਇਹਦੇ ਨਾਲ ਅੱਗੇ ਟ੍ਰੇਡ ਰਾਊਟਸ ਬਣੇ ਸੀਗੇ, ਜਿਨ੍ਹਾਂ ਦੇ ਨਾਲ ਕਿ ਉਹ ਦੂਸਰੇ ਦੁਨੀਆ ਦੇ ਮੈਸੋਪੋਟੇਮੀਆ ਤੇ ਉਹਨਾਂ ਚੀਜ਼ਾਂ ਦੇ ਨਾਲ, ਅਰਬਿਕ ਜਗ੍ਹਾ ਦੇ ਨਾਲ ਇਨ ਟੱਚ ਰਹਿੰਦੇ ਸੀ ਔਰ ਇਨਫੋਰਮੇਸ਼ਨ ਪੂਰੀ ਸ਼ੇਅਰ ਕਰਦੇ ਸੀ। ਉਹਨਾਂ ਦੀ ਡਾਇਟ ਉਸ ਜ਼ਮਾਨੇ ਦੇ ਵਿੱਚ ਬਹੁਤੇ ਜ਼ਿਆਦਾ ਗ੍ਰੇਨਸ, ਮਿਲਕ, ਕਦੇ ਕਦੇ ਮੀਟ, ਔਰ ਇਹ ਚੀਜ਼ਾਂ ਹੋਣ ਦੇ ਕਰਕੇ ਇਹ ਜਿਹੜੀ ਮੈਡੀਸਨ ਸੀ ਇੰਨੀ ਜ਼ਿਆਦਾ ਤੁਸੀਂ ਕਹਿ ਸਕਦੇ ਹਾਂ ਕਿ ਬੜੀ ਪ੍ਰਿਮਿਟਿਵ ਸੀ ਉਸ ਵੇਲੇ, ਪਰ ਸੀ ਜ਼ਰੂਰ। ਨੰਬਰ 2 ਜਿਹੜੀ ਮੇਨ ਸਟੇ ਕਿ ਜਿੱਥੋਂ ਅਸੀਂ ਕਹਿ ਸਕਦੇ ਹਾਂ ਕਿ ਮੈਡੀਸਨ ਦਾ ਰਿਕਾਰਡ ਸਾਡੇ ਕੋਲ ਹੈਗਾ, ਉਹ ਹੈਗਾ ਵੈਦਿਕ ਪੀਰੀਅਡ, ਜਿਹਦੇ ਵਿੱਚ ਇੱਕ ਅਥਰ ਵੈਦਾ ਜਿਹੜਾ ਕਿ ਲਾਸਟ ਵੇਦ ਹੋਇਆ, ਉਹਦੇ ਵਿੱਚ ਜੜੀਆਂ ਬੂਟੀਆਂ, ਮੰਤਰ, ਸ਼ਲੋਕਾਂ ਦਾ ਬਹੁਤ ਹੀ ਜ਼ਿਆਦਾ ਵਰਣਨ ਹੈ। ਔਰ ਉਹਦੇ ਥਰੂ ਹੀ ਅੱਗੇ ਫਿਰ ਮੈਡੀਸਨ ਦੀ ਇੱਕ ਬ੍ਰਾਂਚ, ਜਿਹਨੂੰ ਅੱਜ ਕੱਲ੍ਹ ਅਸੀਂ ਆਯੁਰਵੇਦਾ ਵੀ ਕਹਿੰਦੇ ਹਾਂ। ਆਯੁਰਵੇਦਾ ਸਾਡੀ ਲੌਂਜੇਵਿਟੀ ਦੇ ਨਾਲ, ਇਹਨੂੰ ਕਹਿੰਦੇ ਕਿ ਸਾਇੰਸ ਆਫ ਲੌਂਜੇਵਿਟੀ ਦੇ ਨਾਲ ਇਹ ਡੀਲ ਕਰਦੀ ਹੈ। ਇਹਦੇ ਵਿੱਚ ਉਹ ਸਮਝਦੇ ਨੇ ਕਿ ਗੋਡ ਆਫ ਆਯੁਰਵੇਦਾ ਜਿਹੜਾ ਹੈਗਾ ਉਹ ਹੈਗਾ ਧਨਵੰਤਰੀ। ਸ਼ੁਰੂ ਦੇ ਵਿੱਚ ਤੇ ਇਹਨਾਂ ਦਾ ਕੰਮ ਜਿਹੜਾ ਸੀ ਬਹੁਤਾ ਮੈਡੀਸਨ ਦੇ ਨਾਲ ਹੀ ਸੀ। ਹਰਬਸ ਲੈ ਲਈਆਂ, ਠੀਕ ਹੈ ਜੀ, ਔਰ ਤੇ ਮੈਟਲਸ ਲੈ ਲਈਆਂ, ਇਹਨਾਂ ਦੇ ਨਾਲ ਕੰਪਾਊਂਡਸ ਬਣਾ ਲਏ। ਮੈਡੀਸਨਲ ਪਾਰਟ ਸੀ। ਅਨੈਟਮੀ ਜਿਹੜੀ ਆ ਵੈਦਿਕ ਮੈਡੀਸਨ ਦੇ ਵਿੱਚ ਔਰ ਆਯੁਰਵੈਦਿਕ ਮੈਡੀਸਨ ਦੇ ਵਿੱਚ ਕਾਫੀ ਲੇਟ ਆਈ ਹੈ, ਕਿਉਂਕਿ ਹਿੰਦੂ ਰਿਲੀਜਨ ਦੇ ਵਿੱਚ ਮੁਰਦਾ ਲਾਸ਼ ਨੂੰ ਕੱਟਣਾ, ਕਟਾਉਣਾ, ਉਹਦੇ ਨਾਲ ਡੀਲ ਕਰਨਾ ਬਹੁਤ ਚੰਗਾ ਨਹੀਂ ਸੀ ਸਮਝਿਆ ਜਾਂਦਾ। ਪਰ ਉਹਨਾਂ ਨੇ ਇਸ ਤਰ੍ਹਾਂ ਕੀਤਾ ਕਿ ਉਸ ਡੈਡ ਬੋਡੀ ਨੂੰ ਫਿਰ ਪਾਣੀ ਦੇ ਲਈ, ਪਾਣੀ ਦੇ ਵਿੱਚ ਹਫ਼ਤੇ ਕੁ ਲਈ ਰੱਖ ਦਿੰਦੇ ਸੀ। ਉਹ ਬੋਡੀ ਜਦੋਂ ਸੌਫਟ ਹੋ ਜਾਂਦੀ ਥੋੜ੍ਹੀ ਥੋੜ੍ਹੀ, ਫਿਰ ਉਹਨੂੰ ਬਾਹਰ ਕੱਢ ਕੇ ਤੇ ਉਹਨੂੰ ਫਿਰ ਸਮਝਣਾ ਸ਼ੁਰੂ ਕੀਤਾ। ਉਹਦੇ ਵਿੱਚ ਫਿਰ ਬੋਨਸ ਦੇਖੀਆਂ, ਉਹਦੇ ਵਿੱਚ ENT ਦਾ ਜਿੱਦਾਂ ਰਾਈਨੋਪਲਾਸਟੀ ਦਾ ਕੰਮ ਅੱਗੇ ਸ਼ੁਰੂ ਹੋ ਗਿਆ, ਔਰ ਉਹਦੇ 'ਤੇ ਬੁੱਕਸ ਵੀ ਬੜੀਆਂ ਲਿਖੀਆਂ ਗਈਆਂ। ਪਲਾਸਟਿਕ ਸਰਜਰੀ ਹੋ ਗਈ, ਕਿਡਨੀ ਸਟੋਨਸ ਦਾ ਵੀ ਇਹਦੇ ਵਿੱਚ ਹੋਇਆ। ਪਰ ਅਨੈਟਮੀ ਔਰ ਸਰਜਰੀ ਦਾ ਕੰਮ ਜਿਹੜਾ ਲੇਟ ਆਇਆ, ਪਹਿਲਾਂ ਮੈਡੀਸਨਲ ਕੰਮ ਜ਼ਿਆਦਾ ਸੀਗਾ। ਉਹਨਾਂ ਦਾ ਆਯੁਰਵੈਦਾ ਦਾ ਜਿਹੜਾ ਡਾਇਗਨੋਸਿਸ ਦਾ ਕੰਮ ਸੀ, ਉਹ ਸੀ ਇੱਕ ਤਾਂ ਨਬਜ਼ ਤੋਂ, ਨਬਜ਼ ਨੂੰ ਦੇਖਣਾ ਕਿੰਨੀ ਤੇਜ਼ ਹੈ, ਕਿੰਨੀ ਸਟਰੋਂਗ ਹੈ, ਰਿਦਮ ਠੀਕ ਚੱਲ ਰਿਹਾ। ਤੇ ਇਹਦੀ ਕਾਫੀ ਉਹਨਾਂ ਨੇ ਇਨਵੈਂਸ਼ਨ ਕਰ ਲਈਆਂ ਸੀ ਉਸ ਟਾਈਮ ਦੇ ਉੱਤੇ। ਆਈ ਗੈਸ ਇਹਦੇ ਨਾਲ ਕਾਰਡੀਓਵੈਸਕੂਲਰ ਸਿਸਟਮ ਅਸੈਸ ਕਰ ਲੈਂਦੇ ਸੀ, ਔਰ ਫਿਰ ਯੂਰਿਨ ਨੂੰ, ਸਟੂਲ ਨੂੰ, ਔਰ ਜ਼ਬਾਨ ਨੂੰ ਦੇਖਣਾ, ਔਰ ਓਵਰਆਲ ਪੇਸ਼ੈਂਟ ਦੀ ਅਪੀਅਰੈਂਸ ਤੋਂ, ਉਹਦੇ ਫੇਸ ਤੋਂ ਦੇਖ ਦਿਖਾ ਕੇ ਉਹਨਾਂ ਨੇ ਅੰਦਾਜ਼ਾ ਲਗਾ ਲੈਣਾ ਕਿ ਇਹਨੂੰ ਕੀ ਬਿਮਾਰੀ ਹੈ। ਔਰ ਇਸ ਵੇਲੇ ਮੈਂ ਦੱਸਿਆ ਕਿ ਅੱਜ ਕੱਲ੍ਹ ਦੇ ਸਾਇੰਟੀਫਿਕ ਤਰੀਕਿਆਂ ਦੇ ਨਾਲ ਇਹ ਜਿਹੜੀ ਟਾਈਪ ਆਫ ਮੈਡੀਸਨ ਹੈ, ਇਹ ਇੰਨੀ ਬਹੁਤੀ ਕਾਮਯਾਬ ਜਾਂ ਇਫੈਕਟਿਵ ਨਹੀਂ ਸਮਝੀ ਗਈ, ਔਰ ਇਸ ਨੂੰ ਆਲਮੋਸਟ ਸੂਡੋ ਸਾਇੰਸ ਦੇ ਹਿਸਾਬ ਦੇ ਨਾਲ ਹੀ ਲੇਬਲ ਕਰਦੇ ਨੇ। ਔਰ ਜਦੋਂ ਕਿ ਨਾਰਥ ਇੰਡੀਆ ਦੇ ਵਿੱਚ ਤੇ ਆਯੁਰਵੈਦਿਕ ਮੈਡੀਸਨ ਚੱਲ ਰਹੀ ਹੈ, ਔਰ ਥੱਲੇ ਦੂਸਰਾ ਆ ਗਿਆ ਕਿ ਸਿੱਧਾ ਮੈਡੀਸਨ ਸਾਊਥ ਦੇ ਵਿੱਚ, ਕਿਉਂਕਿ ਉੱਥੇ ਵੀ
ट्रेडर्स आउंदे सी केरला वगैरह एरिया दे विच, उन्हां दी मेडिसिन सी जिहड़ी सिद्धा मेडिसिन सी, वो स्पाइसिस नाल डील करदी है, फ्रूट्स नाल डील करदी है, मैटल्स दे नाल डील करदी है। सो इस करके ये सिद्धा मेडिसिन सी। अच्छा, अगे देखते हैं फिर आपां। हाँ जी, अगे चलते हैं ग्रीक्स की की कॉन्ट्रीब्यूशन है। मैनू इस तरह लगता कि ग्रीक्स की जो कॉन्ट्रीब्यूशन है मॉडर्न मैडिसिन दे विच वो बहुत ही ज़्यादा है। हालांकि शुरू शुरू दे विच ग्रीक्स दे विच भी उन्हां दा मिरेकल हीलिंग वगैरह और रिचुअल्स और उत्थे ते उन्होंने ਜਿਹੜੇ ਕਿ ਕਹਿੰਦੇ ਰਿਜ਼ੋਰਟਸ ਵੀ ਬਣਾਏ ਸੀ, ਜਿਹਦੇ ਵਿੱਚ ਤੁਸੀਂ ਉੱਥੇ ਸੌਂ ਵੀ ਤੇ ਡਾਈਟ ਵੀ ਤੁਹਾਡੀ ਉਹੀ ਕਰਨਗੇ, ਬਾਥਸ ਹੋਣਗੇ, ਐਕਸਰਸਾਈਜ਼ ਹੋਣਗੇ। ਇੱਕ ਤਰ੍ਹਾਂ ਦਾ ਕਲਟ ਆਫ ਇਨਕਿਊਬੇਸ਼ਨ ਉੱਥੇ ਚੱਲ ਰਿਹਾ ਸੀ। ਪਰ ਕਈ ਫਿਲੋਸਫਰ, ਕਈ ਡਾਕਟਰ ਐਸੇ ਵੀ ਨਿਕਲੇ ਨੇ ਜਿਨ੍ਹਾਂ ਕਿ ਅੱਗੇ ਆ ਕੇ ਗ੍ਰੀਕਸ ਨੇ ਸਾਨੂੰ ਦੋ ਫਿਲੋਸਫੀਆਂ ਦਿੱਤੀਆਂ ਨੇ। ਨੰਬਰ 1 ਮਿਆਜ਼ਮਾ ਥਿਊਰੀ। ਉਹ ਇਹ ਹੈ ਕਿ हर बीमारी का जड़, खास करके उस टाइम के उत्ते कोलरा एपीडेमिक होया जां दूसरियां बीमारियां होंदियां सी, उन्हां दा रीजन वो समझदे सी कि बैड एयर, कि चीज़ां रॉट करदियां ने, उन्हां चों मुश्क आउंदा, स्मैल आउंदी है, और उस करके वो जिहड़ी हवा हुंदी आ वो माड़ी हुंदी है, जिस करके बीमारियां फैलदियां। और ये वही टाइम तुसीं कहंदे आ, कह सकदे आ कि हुण थोड़ा जिहा वो रीजन, साइंटिफिक रीजन लभण लग पे ने हर बीमारी दे पिछे। वो ये नहीं कहंदे कि सुपर पावर्स हैगियां ने जां कि उहदे विच कोई पनिशमेंट बाय गॉड्स हैगी आ। वो रीजन लभण लग पे ने कि ये बीमारियां क्यों हुंदियां ने। सो मियाज़मा थ्योरी दे विच बैड एयर इज द रिस्पॉन्सिबिलिटी, वो कहंदे समझदे कि जिस करके बीमारियां हुंदियां। और दूसरा जिहड़ा कॉन्सैप्ट होया कि बॉडी फ्लूइड्स दा, ह्यूमर थ्योरी, जिहदे कि हिपोक्रेटिस ने भी इन्हू एडवांस किया और दूसरा ने भी एडवांस किया। और वो समझते ने कि 4 तरह के बॉडी फ्लूइड्स ने जिन्हां दे बैलेंस दे करके साडी बॉडी तंदुरुस्त रहिंदी है, इम्बैलेंस होने दे नाल सानू बीमारी हुंदी है। 4 फ्लूइड्स किहड़े-किहड़े ने? नंबर 1 ब्लड। ब्लड दियां बीमारियां जां ब्लड दी डिसऑर्डर करके जो लोगों ने, पर्सनैलिटियां ने, वो बहुत एक्सट्रोवर्ट, टाकटिव, केयर फ्री, सोशेबल टाइप ऑफ वो बंदे पर्सनैलिटियां बन जांदियां ने। जिस नूं इस टाइप की बीमारी होवे उन्होंने ट्रीटमेंट दसते ने कि यदि जी ब्लड लेटिंग करो, ब्लड ज़्यादा हो गया, ब्लड इनू कट दिओ तो यदी बीमारी ठीक हो जाएगी। ये तो मैं परसनली मैं आप भी देखा कि पैर की नाड़ के उत्ते वो थोड़ा जिहा एक जख्म जिहा कर दिंदे सी ते ब्लड लेटिंग मेरे ख्याल 5, 10, 15 सीसी जो ब्लड हो गया तो मेरे ख्याल बंदे नूं जां तां साइकोलॉजिकली आराम आ जाता सी तां जां वैसे ही वो काम डाउन हो जाता सी। ये ट्रीटमेंट तो मैं भी देखी है। अच्छा, ब्लड तो अगे दूसरा फ्लूइड हैगा फ्लैम, जिन्हों कि असी रेशा भी कहने आ साडे पंजाबी कल्चर दे विच। फ्लैम टाइप के जिहड़े पेशेंट ने वो थोड़े इंट्रोवर्ट हुंदे ने, ईवन टैंपर्ड जिहे हुंदे, काम और पीसफुल जिहे हुंदे ने। फ्लैम दीयां बीमारियां नूं जे ठीक करना उहदे लई वो समझदे ने कि एक्सपेक्टोरेंट दिओ, बनफशा लै लो जां काढ़े बना के उन्होंने दिओ कि जिहड़ी तुहाडी फ्लैम है वो बाहर निकल जाएगी तो बीमारी ठीक हो जाएगी। और तीसरी जिहड़ा फ्लूइड है वो है येलो बाइल। उस बीमारी दे जिहड़े मरीज ने वो बहुत ही एक्साइटेबल, अग्रेसिव, इंपल्सिव, थोड़े एक्सट्रोवर्ट जे ज़्यादा ही आउट ऑफ कंट्रोल जे बंदे हुंदे ने उस बीमारी वाले। और उन्हां दा इलाज है कि उन्होंने पर्जिंग करो, एनेमस दिओ, उन्होंने बॉडी फ्लूइड्स नूं घटाओ। चौथे टाइप के बंदे ने जिहड़े आपां गल कर चुके हैं कि ब्लड है, फ्लैम है, येलो बाइल है और लास्ट हैगा ब्लैक बाइल।
इस बीमारी वाले लोग ने बड़े मूडी, बड़े एंक्शियस, डिप्रैस्ड और पैसिमिस्टिक जे हुंदे ने और इन्हां दी हालत जिहड़ी हुंदी आ ट्रीटमेंट जिहड़ी हुंदी ਉਹ ਵੀ ਪਰਜਿੰਗ ਵਗੈਰਾ ਅਨੇਮਾ ਵਗੈਰਾ ਦੇ ਕੇ ਅੱਛਾ ਇਹਦੇ ਨਾਲ ਹੀ ਉਹਨਾਂ ਨੇ ਇਹ ਵੀ ਕਨਸੈਪਟ ਐਡਵਾਂਸ ਕੀਤਾ ਕਿ ਤੁਸੀਂ ਕਲੀਨ 에ਅਰ ਇਨਵਾਇਰਨਮੈਂਟ ਸਾਫ ਸੁਥਰਾ ਹੋਵੇ ਡਾਈਟ ਠੀਕ ਹੋਵੇ ਔਰ ਸਭ ਤੋਂ ਜ਼ਿਆਦਾ ਐਮਫੈਸਿਸ ਔਰ ਹਾਲੇ ਵੀ ਅਸੀਂ ਦੇਖਦੇ ਹਾਂ ਕਿ ਪੁਰਾਣੇ ਲੋਕ ਨੇ ਜਿਹੜੇ ਉਹਨਾਂ ਨੇ ਐਮਫੈਸਾਈਜ਼ ਕੀਤਾ ਕਿ ਪਰਹੇਜ਼ ਯੂਨਾਨੀ ਮੈਡੀਸਨ ਜਿਹੜੀ ਹੈ ਗ੍ਰੀਕ ਮੈਡੀਸਨ ਦੇ ਵਿੱਚ ਪਰਹੇਜ਼ ਦਵਾਈ ਨਾਲੋਂ ਵੀ ਦੱਸਦੇ ਨੇ ਕਿ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਅੱਛਾ ਉਸੇ ਜ਼ਮਾਨੇ ਦੀਆਂ ਇੱਕ ਹੋਰ ਦੋ ਗੱਲਾਂ ਵੀ ਆ ਜਾਂਦੀਆਂ ਕਿ ਕਈ ਚੀਜ਼ਾਂ ਉਹਨਾਂ ਨੇ ਲੇਬਲ ਕੀਤਾ ਕਿ ਗਰਮੀ ਕਰਦੀਆਂ ਨੇ ਗਰਮ ਚੀਜ਼ਾਂ ਨੇ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਜਿਨ੍ਹਾਂ 'ਚ ਪ੍ਰੋਟੀਨ ਜ਼ਿਆਦਾ ਆ ਜਾਂ ਕੈਲਰੀਜ਼ ਜ਼ਿਆਦਾ ਹੈ ਕੰਪੈਕਟ ਕੈਲਰੀਜ਼ ਦੇ ਨਾਲ ਜਿੱਦਾਂ ਕਿ ਸਰਦੀਆਂ ਦੇ ਮੌਸਮ ਦੇ ਵਿੱਚ ਬੜੀਆਂ ਬੜੀਆਂ ਪਿੰਨੀਆਂ ਬਣਾ ਲਓ ਘਿਓ ਪਾਇਆ ਤੇ ਅਲਸੀ ਪਾਈ ਆ ਬਦਾਮ ਪਾਏ ਆ ਸਭ ਕੁਝ ਪਾਇਆ ਕੰਪੈਕਟ ਕੈਲਰੀ ਆ ਉਹ ਗਰਮ ਚੀਜ਼ਾਂ ਨੇ ਸਰਦੀਆਂ ਲਈ ਠੀਕ ਹੈ ਅੱਛਾ ਠੰਡੀਆਂ ਚੀਜ਼ਾਂ ਵੀ ਹੁੰਦੀਆਂ ਨੇ ਜਿਹੜੀਆਂ ਕਿ ਗਰਮੀ ਦੇ ਵਿੱਚ ਤੁਸੀਂ ਖਾਓ ਫਲੂਇਡਸ ਖਾਓ ਵਾਟਰਮੈਲਨਸ ਖਾਓ ਇਹ ਵੀ ਕਨਸੈਪਟ ਕਾਫੀ ਜ਼ਿਆਦਾ ਅੱਗੇ ਚਲਾ ਗਿਆ ਸੀ ਹੁਣ ਮੈਂ ਅੱਗੇ ਚੱਲਦਾ ਔਰ ਇਹ ਜਿਹੜੀ ਸਲਾਈਡ ਹੈ हिपोक्रेटिक ओथ और मॉडर्न मेडिसिन का जो कह सकते हैं वैसटर्न मेडिसिन का जो बेसिस बनिया और जिसने कि मॉडर्न मेडिसिन प्रोफैशनल लुक दी है वो सी ए कोड ऑफ कॉन्डक्ट एथिकल कोड जिस करके असी अज भी जो डॉक्टर बनते हैं ये हिपोक्रेटिक ओथ लेंदे ने ਉਹਦੇ ਤੇ ਜਾਣੇ थोड़ा थोड़ा ਨੰਬਰ 1 ਤੇ ਉਸ ਦੇ ਵਿੱਚ ਉਹਨੇ ਮੈਂਸ਼ਨ ਕੀਤਾ ਕਿ ਜਾਣ ਬੁੱਝ ਕੇ ਕਿਸੇ ਨੂੰ ਕਿਸੇ ਡਾਕਟਰ ਨੇ ਹਾਰਮ ਨਹੀਂ ਕਰਨਾ ਨੰਬਰ 2 ਜਿਹੜੀ ਬੜੀ ਵੱਡੀ ਗੱਲ ਹੈ ਉਹ ਹੈਗੀ ਕਿ ਨੌਲੇਜ ਸ਼ੇਅਰ ਕਰਨਾ ਇਹ ਤੇ ਸਭ ਤੋਂ ਵੱਡਾ ਮੇਰਾ ਖਿਆਲ ਕੰਮ ਹੈ ਜਿਹੜਾ ਕਿ ਪੁਰਾਣੇ ਜ਼ਮਾਨੇ 'ਚ ਰਿਸ਼ੀ ਮੁਨੀ ਵੈਦ ਜਿਹੜੇ ਹੁੰਦੇ ਸੀਗੇ ਉਹਨਾਂ ਦੇ ਕੋਲ ਐਸਾ ਕੋਈ ਸੀਕ੍ਰੇਟ ਨੌਲੇਜ ਹੁੰਦਾ ਸੀਗਾ ਉਹ ਸ਼ੇਅਰ ਨਹੀਂ ਸੀ ਕਰਦੇ ਮਰਦੇ ਮਰ ਜਾਣਗੇ ਔਰ ਚੰਗੀ ਜਿਹੜੀ ਕੋਈ ਸੀਕ੍ਰੇਟ ਵਾਲੀ ਗੱਲ ਉਹ ਤਾਂ ਆਪਣੇ ਸ਼ਾਗਿਰਦਾਂ ਨੂੰ ਵੀ ਨਹੀਂ ਸੀ ਦੱਸਦੇ ਇਹ ਜਿਹੜਾ ਉਹਨੇ ਕੋਡ ਸਾਡੇ ਡਾਕਟਰਾਂ ਤੇ ਪਾਇਆ ਕਿ ਤੁਸੀਂ ਨੌਲੇਜ ਆਪਣੇ ਨੂੰ ਸ਼ੇਅਰ ਕਰੋ ਦੂਜਿਆਂ ਦੇ ਨਾਲ ਮੇਰਾ ਖਿਆਲ ਬਹੁਤ ਵੱਡੀ ਗੱਲ ਹੈ ਔਰ ਇਸ ਕਰਕੇ ਤਾਂ ਹੁਣ ਤੇ ਸਾਨੂੰ ਬੜੇ ਰੂਲਸ ਰੈਗੂਲੇਸ਼ਨਸ ਵੀ ਸਾਡੇ ਬਣ ਗਏ ਨੇ ਤੀਸਰਾ ਉਹ ਕਹਿੰਦੇ ਨੇ ਕਿ ਤੁਸੀਂ ਐਜ਼ ਅ ਡਾਕਟਰ ਪ੍ਰੋਫੈਸ਼ਨਲ ਕੰਡਕਟ ਤੇ ਆਪਣੇ ਜ਼ੋਰ ਦਿਓ ਕਿ ਮਰੀਜ਼ ਤੁਹਾਨੂੰ ਇੰਨੀਆਂ ਕੌਨਫੀਡੈਂਸ਼ੀਅਲ ਔਰ ਸੀਕ੍ਰੇਟ ਗੱਲਾਂ ਆਪਣੇ ਨਾਲ ਦਿੰਦੇ ਨੇ ਤੁਹਾਡੇ ਤੇ ਟਰਸਟ ਕਰਕੇ ਤੁਹਾਡਾ ਪ੍ਰੋਫੈਸ਼ਨਲ ਕੰਡਕਟ ਹੋਣਾ ਚਾਹੀਏ ਲਿਵ ਅਪ ਟੂ ਦੈਟ ਔਰ ਚੌਥਾ ਕਿ ਕੌਨਫੀਡੈਂਸ਼ੀਅਲਿਟੀ ਕਿ ਮਰੀਜ਼ ਦੀ ਕੋਈ ਵੀ ਇਨਫੋਰਮੇਸ਼ਨ ਹੈ ਜਿਹੜੀ ਉਹਨੂੰ ਐਵੇਂ ਕੈਜੂਅਲੀ ਲੋਕਾਂ ਦੇ ਨਾਲ ਡਿਸਕਸ ਨਹੀਂ ਕਰਨੇ ਔਰ ਇਹਦੇ ਅਗੇਂਸਟ ਲਾਜ਼ ਵੀ ਉਹ ਬੜੇ ਇਮਟਾਲਾ ਵਗੈਰਾ ਲਾਅ ਨੇ ਕਿ ਡਾਕਟਰਸ ਜੇ ਕਿਸੇ ਦੀ ਇਨਫੋਰਮੇਸ਼ਨ ਅਨਨੀਡਡ ਏਰੀਆਜ਼ ਦੇ ਵਿੱਚ ਅਸੀਂ ਡਾਕਟਰ ਆਪਸ ਵਿੱਚ ਗੱਲਾਂ ਕਰ ਸਕਦੇ ਹਾਂ ਮੈਡੀਕਲ ਟਰੀਟਮੈਂਟ ਦੇ ਲਈ ਪਰ ਜੇ ਕਿਸੇ ਹੋਰ ਨੂੰ ਬਿਨਾਂ ਮਤਲਬ ਤੋਂ ਜਿਹਨੂੰ ਜ਼ਰੂਰਤ ਨਹੀਂ ਉਹਦੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੀਏ ਉਹਦੇ ਲਾਜ਼ ਨੇ ਉਹਦੇ ਬੜੇ ਪਨਿਸ਼ਮੈਂਟ ਵੀ ਉਹਦੇ ਨਾਲ ਹੀ ਹੈਗੀ ਹੈ ਤੇ ਹਾਲਾਂਕਿ ਅਸੀਂ ਦੇਖਿਆ ਕਿ ਮਰੀਜ਼ ਜਿਹੜੇ ਹੁੰਦੇ ਨੇ ਬਾਹਰ ਵੇਟਿੰਗ ਰੂਮ 'ਚ ਬੈਠੇ ਆ ਆਪਸ ਦੇ ਵਿੱਚ ਗੱਲਾਂ ਕਰਦੇ ਆ ਕੋਈ ਕਹਿੰਦਾ ਜੀ ਮੈਨੂੰ ਡਾਕਟਰ ਨੇ ਆਹ ਦਵਾ ਦਿੱਤੀ ਮੈਂ ਫਲਾਣੇ ਕੋ ਗਿਆ ਮੈਨੂੰ ਇਹ ਦਵਾਈ ਦਿੱਤੀ ਮਰੀਜ਼ ਵਗੈਰਾ ਪਬਲਿਕ ਆਪਸ ਦੇ ਵਿੱਚ ਜਿੱਦਾਂ ਮਰਜ਼ੀ ਸ਼ੇਅਰ ਕਰ ਸਕਦੀ ਆ ਪਰ ਐਜ਼ ਏ ਪ੍ਰੋਫੈਸ਼ਨਲ ਹਿਪੋਕ੍ਰੈਟਿਕ ਓਥ ਦੇ ਦੌਰਾਨ ਤੁਸੀਂ ਕਿਸੇ ਨੂੰ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਮਰੀਜ਼ ਦੀ ਜਿਹੜੀ ਆ ਨਹੀਂ ਦੇ ਸਕਦੇ ਹਾਂਜੀ ਅੱਗੇ ਚੱਲਦੇ ਹਾਂ ਕਿ ਬਹੁਤ ਵੱਡੀ ਇਹ ਚੇਂਜ ਗ੍ਰੀਕਸ ਨੇ ਲਿਆ ਦਿੱਤੀ ਹੈ ਸਾਇੰਟੀਫਿਕ ਪ੍ਰੋਫੈਸ਼ਨਲ ਐਥੀਕਲ ਉਹ ਤੋਂ ਅੱਗੇ ਜਾਂਦਿਆਂ ਅਸੀਂ ਜਾਣਦੇ ਹਾਂ ਕਿ ਬਹੁਤੇ ਗ੍ਰੀਕ ਜਿਹੜੇ ਫਿਲੋਸਫਰ ਜਾਂ ਡਾਕਟਰ ਵਗੈਰਾ ਸੀ ਉਹ ਇੱਧਰ ਅਲੈਗਜ਼ੈਂਡਰੀਆ ਈਜਿਪਟ ਦੇ ਏਰੀਆ ਨੂੰ ਚਲੇ ਗਏ ਜਿੱਥੇ ਜਾ ਕੇ ਉਹਨਾਂ ਨੇ ਫਿਰ ਐਨੈਟਮੀ ਦਾ ਕੰਮ ਬਹੁਤ ਐਕਸਪਲੋਰੇਸ਼ਨ ਕੀਤੀ ਔਰ ਬੜੇ ਕਾਮਯਾਬ ਵੀ ਹੋਏ ਨੇ
और अगला पीरियड जिहड़ा नाल ही हुंदा वो रोमन्स दा पीरियड है। रोमन्स दी और अर्ली क्रिश्चियन दे पीरियड दे विच मैं एक गल कह सकदा कि इन्हां दी कंट्रीब्यूशन फॉर ट्रीटमेंट ऑफ डिजीज जां रिसर्च वगैरह दे एरिए दे विच बहुत ही लिमिटेड है। इन्ना ज़्यादा इन्हां ने काम नहीं कीता। हाँ, एक गल जरूर है कि इन्हां ने पब्लिक हैल्थ नूं काफ़ी एक्सपैंड किया। वाटर सप्लाई पब्लिक बैथ्स बना दिते आ, मतलब कि पब्लिक के लैवल ते काम होया, पर इंडिविजुअल डिजीज जां रिसर्च वगैरह के मामले विच इत्थे काफ़ी फॉल बैक कम रहा। अच्छा, अगला हुण पीरियड चलते हैं, असीं डिस्कस कर रहे हैं कि साइंस का और मैडिसिन का आपस च किवें किवें रिलेशन वधदा गया जां घटदा गया, किवें गल हुई आ। मिडल एजिस का पीरियड आ गया, 5वीं तो 15वीं सदी तक के जमाने विच जदों रोमन एम्पायर दा फॉल हो गया, उदों दो देखो जी रूलिंग दे तरीके आ गए जां डिविजन्स हो गई। एक तो क्रिश्चियनिटी एक पासे आ गई, दूसरे पासे इस्लामिक एम्पायर्स आ गए। इन्हां दोहां दे विच बहुत ही वड्डा और बहुत इंपॉर्टेंट फर्क है, जिस करके साइंस का और मैडिसिन का रिलेशन भी आपस दे विच असीं पहलां लईए कि क्रिश्चियनिटी दे रूल दे विच की गल हुई। उन्हां दी फिलॉसफी ये सी कि जिहड़ी डिजीज हुंदी है वो तुहाडे सिन होण दे करके, सिन्स तुसीं कीते ने, उन्हां दी पनिशमेंट तुहानूं मिल रही है, और इसका इलाज है जो ये प्रेयर है। इन्होंने बहुत ही ज़्यादा रिसर्च इंडिविजुअल डिजीज़ दे विच नहीं की। हाँ, इन्हां जरूर किया कि इन्हां दे टाइम दे विच क्रिश्चियनिटी दे विच नर्सिंग केयर, जिहड़े कि बीमार लोग सी जां बजुर्ग लोग सी, उन्हां दी नर्सिंग केयर दे उत्ते बहुत फोकस करदे सी। हॉस्पिटल भी जिहड़े बने उस जमाने विच क्रिश्चियनिटी दे विच, उन्हां दा ज़्यादा जोर रिलीजन दा प्रोपेगेशन ही सी, और हालांकि प्रीस्ट ही सीगे जिहड़े केयर भी उत्ते करदे सी। पेशेंट दी केयर दे उत्ते इन्ना ज़्यादा फोकस नहीं सी, रिलीजन ते इस ज़्यादा जोर सी। सो इस करके मेरा ख्याल है कह सकते हैं कि एडवांसमेंट ऑफ मेडिसिन नूं थोड़ी जी इत्थे सेटबैक हुई है। और दूसरे असीं जो डिस्कस करिए कि इस्लामिक एम्पायर जो बने आ, वो तो टोटली आपोजिट सी। देखो जी, उन्हां दा फोकस पहला तो रहा मैडिसिन ते, सर्जरी ते नहीं, मैडिसिन ते। कैमिस्ट्री डिवेलप हुई, नवीं नवीं चीज़ां, दवाइयां कढ़ियां गईयां, और उन्होंने हॉस्पिटल डिवेलप किए, और हॉस्पिटल जेडे इस्लामिक रूलर के दौरान सी, और अमीर लोगों ने उन्होंने फंड किया, और उन्होंने ये भी अलाउ किया कि तुसीं उहदे विच भावें आयुर्वैदिक मैडिसिन प्रैक्टिस करो, ह्यूमरल मैडिसिन प्रैक्टिस करो, फिजियोलॉजी का बड़ा जोर सी, उन्होंने काफ़ी खुल इस मामले च दे दी। हॉस्पिटल उन्होंने सिस्टम डिवेलप किए, जिहदे विच कि फार्मेसी होएगी, पेशेंट्स रैकड होणगे, टैक्सट बुकां नूं ट्रांसलेशन करके यूरोप दे विच दूसरियां लैंग्वेजेस दे विच, और बड़े बड़े सर्जनस ने जना जरावी वगैरह ने अगे इनू प्रोपिगेट किया। और इन्हां दे जो हॉस्पिटल सी, उन्हां दे विच पेशेंट केयर सी जिहड़ी वो नंबर 1 हुंदी सी। रिलीजन भावें इन्हां दे हस्पतालों के नाल अटैच्ड मसीतां वगैरह हुंदियां सी, रिलीजन के दायरे हुंदे सी, पर उन्हां दा पेशेंट केयर ते ज़्यादा फोकस सी। और मेरा ख्याल है इस जमाने दे विच साइंस का, पेशेंट केयर का काफ़ी एडवांसमेंट हुई है इस्लामिक एम्पायर्स दे विच। अच्छा, अगला पीरियड जो आता है इस तो अगे, वो है 14वीं 15वीं 16वीं सदी, द टाइम पीरियड ऑफ रेनेसेंस, जिहदे विच के फिर दोबारा
ਗ੍ਰੀਕ ਔਰ ਰੋਮਨ ਕਲਚਰਸ ਦਾ ਰਿਵਾਈਵਲ ਸ਼ੁਰੂ ਹੋਇਆ ਔਰ ਅਨਫੋਰਚੂਨੇਟਲੀ ਇਹਦੇ ਵਿੱਚ ਵੀ ਬੜੇ ਸੁਪਰਸਟੀਸ਼ਨਸ ਆਏ ਔਰ ਇਨਫੈਕਟ ਇਹਦੇ ਵਿੱਚ ਹੀ ਲੋਕਾਂ ਨੇ ਜਿਹਨੂੰ ਕਹਿੰਦੇ ਆ ਕਿ ਫਿਊਟਾਈਲ ਰਿਸਰਚ ਕਿ ਚੀਜ਼ ਨੂੰ ਚੰਗੀ ਤਰ੍ਹਾਂ ਸਮਝਣ ਨੂੰ ਛੱਡ ਕੇ ਐਫਰਟ ਕਰਨ ਨੂੰ ਛੱਡ ਕੇ ਈਜ਼ੀ ਕੁਇਕ ਆਨਸਰਸ ਲੱਭਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਜੀ ਸੁਪਰਸਟੀਸ਼ਨਸ ਕਰਕੇ ਹੋ ਗਏ। ਹਾਲਾਂਕਿ ਇਹਦੇ 'ਚ ਕਈ ਡਾਕਟਰਸ ਵੀ ਇਨਵੋਲਵ ਸੀ ਉਸ ਟਾਈਮ ਦੇ ਉੱਤੇ, ਜਿੱਦਾਂ ਕਿ ਡਾਕਟਰ ਵਾਈਜ਼ਮੈਨ, ਡਾਕਟਰ ਥਾਮਸ ਬਰਾਊਨ। ਔਰ ਉਸ ਟਾਈਮ ਦੇ ਉੱਤੇ ਇੱਕ ਵਿਚਿਸ ਦਾ ਕਾਨਸੈਪਟ ਡਿਵੈਲਪ ਹੋਇਆ। ਅਨਫੋਰਚੂਨੇਟਲੀ ਉਹ ਇਸ ਤਰ੍ਹਾਂ ਹੈ ਕਿ ਕੁਛ ਲੋਕ, ਖਾਸ ਕਰਕੇ ਲੇਡੀਜ਼, ਉਹਨਾਂ ਨੂੰ ਕੋਈ ਐਸੇ ਗਲੈਂਡਸ ਵਗੈਰਾ ਤੁਹਾਡੇ ਮੂੰਹ ਦੇ ਵਿੱਚ, ਨੱਕ ਦੇ ਪਿੱਛੇ ਜਾਂ ਟੌਨਸਲਸ ਦਾ ਆਪਣੀ ਗਰਦਨ ਦੇ ਆਲੇ ਦੁਆਲੇ ਗਲੈਂਡਸ ਵੱਧ ਜਾਂਦੇ ਸੀ। ਉਸ ਜ਼ਨਾਨੀ ਦੀ ਸ਼ਕਲ ਜਿਹੜੀ ਆ ਥੋੜੀ ਡਿਸਟੋਰਟ ਹੋ ਜਾਂਦੀ ਸੀ ਕਿ ਉਹਨਾਂ ਦੇ ਨੱਕ ਜਿਹੜੇ ਨੱਕ ਰਾਹੀਂ ਸਾਹ ਨਹੀਂ ਸੀ ਲੈ ਸਕਦੇ, ਮੂੰਹ ਰਾਹੀਂ ਸਾਹ ਲੈਂਦੇ ਸੀ, ਕੋਈ ਲਾਲਾਂ ਵਗਦੀਆਂ, ਸੋਲਿਊਸ਼ਨ ਖਾਂਸੀ ਕਰਦੇ ਆ। ਲੋਕਾਂ ਦੀ, ਉਹਨਾਂ ਦੀ ਲੇਡੀਜ਼ ਦੀ ਲੁੱਕ ਬੜੀ ਡਿਫਰੈਂਟ ਹੋ ਜਾਂਦੀ ਸੀ। ਉਹਨਾਂ ਨੂੰ ਜੀ ਉਹ ਵਿਚਿਸ ਕਹਿਣ ਲੱਗ ਪਏ ਔਰ ਇੰਨਾ ਜ਼ਿਆਦਾ ਵਿਕਟਮਾਈਜ਼ ਕੀਤਾ ਕਿ ਉਹਨਾਂ ਨੂੰ ਤੇ ਸਾੜ ਦਿੰਦੇ ਸੀ, ਮਾਰ ਦਿੰਦੇ ਸੀ। ਔਰ ਇਹ ਅਨਫੋਰਚੂਨੇਟਲੀ ਇਸ ਜ਼ਮਾਨੇ ਦੇ ਵਿੱਚ ਇਹ ਹੋਇਆ। ਔਰ ਕਈ ਜਿਹੜੇ ਚੰਗੇ ਚੰਗੇ ਡਾਕਟਰ ਵੀ ਹੈਗੇ ਨੇ, ਉਹ ਵੀ ਛੱਡ ਕੇ ਕਿ ਤੁਸੀਂ ਸਪੈਕੂਲੇਸ਼ਨ ਨਾ ਕਰੋ ਸਾਇੰਸ ਦੇ ਵਿੱਚ, ਅਗਲੀਆਂ ਗੱਲਾਂ ਨਾ ਸੋਚੋ, ਪੇਸ਼ੈਂਟ ਦੇ ਬੈੱਡ ਸਾਈਡ ਤੇ ਆ ਕੇ ਮਰੀਜ਼ ਦੀ ਜਿਹੜੀ ਆ ਕੇਅਰ ਕਰਨ ਦੀ ਕੋਸ਼ਿਸ਼ ਕਰੋ। ਡਾਕਟਰ ਸਿਡਨਹੈਮ ਸੀ, ਸਾਡੇ ਬੜੇ ਵੱਡੇ ਡਾਕਟਰ ਨੇ, ਉਹ ਆਰਟ ਆਫ ਮੈਡੀਸਿਨ ਤੇ ਜ਼ਿਆਦਾ ਜ਼ੋਰ ਦਿੰਦੇ ਸੀ ਕਿ ਮੈਡੀਸਿਨ ਜਿਹੜੀ ਹੈ ਇੱਕ ਆਰਟ ਹੈ, ਇੱਕ ਸਾਇੰਸ ਨਹੀਂ, ਇੱਕ ਆਰਟ ਹੈ, ਉਹਨੂੰ ਡਿਵੈਲਪ ਕਰੋ। ਔਰ ਹਾਂ, ਅਗਲਾ ਹੁਣ ਟਾਈਮ ਪੀਰੀਅਡ ਆ ਗਿਆ, ਬਹੁਤ ਵਧੀਆ ਟਾਈਮ ਹੈ, ਟਾਈਮ ਆਫ ਰੀਜ਼ਨ, ਇਨਲਾਈਟਨਮੈਂਟ ਦਾ ਟਾਈਮ ਹੈ। ਇਸ ਟਾਈਮ ਦੇ ਵਿੱਚ ਬੜੇ ਬੜੇ ਥਿੰਕਰਸ ਆਏ ਨੇ, ਲਾਈਕ ਫ੍ਰਾਂਸਿਸ ਬੇਕਨ, ਬੜੇ ਵੱਡੇ ਫਿਲੋਸਫਰ ਹੈ। ਉਹਨਾਂ ਨੇ ਤਾਂ ਸ਼ਰੇਆਮ ਕਹਿਤਾ ਸੀ ਕਿ ਜੇ ਸੱਚਾਈ ਲੱਭਣੀ ਹੈ, ਟਰੂਥ, it must be derived from experience, not from the authority. Authorities ਨੂੰ ਉਹਨਾਂ ਨੇ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ। ਸੱਚਾਈ ਐਕਸਪੀਰੀਅੰਸ ਦੇ ਵਿੱਚ ਹੈ, ਐਕਸਪੈਰੀਮੈਂਟੇਸ਼ਨ ਦੇ ਵਿੱਚ ਹੈ, ਅਥਾਰਟੀ ਦੇ ਵਿੱਚ ਨਹੀਂ। ਉਸੇ ਜ਼ਮਾਨੇ ਦੇ ਵਿੱਚ ਨਿਊਟਨ ਔਰ ਕੈਮਿਸਟਰੀ ਦੀ ਬੜੀ ਡਿਵੈਲਪਮੈਂਟ ਹੋਈ ਔਰ ਉਹਨਾਂ ਨੇ ਉਸ ਟਾਈਮ ਦੇ ਉੱਤੇ ਜਿਹੜੀ ਪੁਰਾਣੀ ਥਿਊਰੀ ਸੀ ਅਰਿਸਟੋਟਲ ਦੀ ਕਿ ਏਅਰ, ਫਾਇਰ ਐਲੀਮੈਂਟਸ ਹੈਗੇ ਨੇ, ਉਹਨਾਂ ਨੂੰ ਡਿਸਕਾਰਡ ਕਰ ਦਿੱਤਾ। ਔਰ ਹੋਰ ਇੱਕ ਵੱਡੇ ਸਾਡੇ ਡਾਕਟਰ ਹੋਏ ਨੇ ਵਿਲੀਅਮ ਹਾਰਵੀ, ਉਹਨਾਂ ਨੇ ਇਹ ਇਨਵੈਂਟ ਕੀਤਾ ਔਰ ਇਹ ਕਿ ਸਾਡੀ ਬਾਡੀ ਦੇ ਅੰਦਰ ਜਿਹੜਾ ਬਲੱਡ ਹੈ ਸਰਕੂਲੇਟ ਕਰਦਾ। ਉਸ ਵਿਚਾਰੇ ਨੂੰ ਤਾਂ ਉਹਨੇ ਐਕਸਪੈਰੀਮੈਂਟ ਵੀ ਸੈਟਅਪ ਕੀਤੇ। ਉਹਨਾਂ ਨੂੰ ਬਹੁਤ ਜ਼ਿਆਦਾ ਡਿਫਿਕਲਟੀ ਹੋਈ ਕਿ ਆਪਣੇ ਕੰਮ ਜਿਹੜਾ ਉਹਨੂੰ ਪਬਲਿਸ਼ ਕਰਕੇ ਲੋਕਾਂ ਨੂੰ ਦਿਖਾ ਸਕਣ। ਮਾਈਕਰੋਸਕੋਪ ਦੀ ਇਨੋਵੇਸ਼ਨ ਵੀ ਉਸੇ ਟਾਈਮ ਤੇ ਹੋਈ, ਜੈਨਸਨ ਦੀ ਮਾਈਕਰੋਸਕੋਪ, ਜਿਹੜਾ ਕਿ ਇੱਕ ਡੱਚ ਆਈ ਗਲਾਸਿਸ ਬਣਾਉਂਦਾ ਹੁੰਦਾ ਸੀ 1590 ਦੇ ਵਿੱਚ। ਔਰ ਗੈਲੀਲੀਓ ਨੇ ਜਿਹੜੀ ਟੈਲੀਸਕੋਪ ਬਣਾਈ ਆ, ਉਹਨੇ ਡਿਫਰੈਂਟ ਟਾਈਪ ਆਫ ਮਿਰਰਸ ਨੂੰ ਇਕੱਠਿਆਂ ਕਰਕੇ ਕੰਪਾਊਂਡ ਟੈਲੀਸਕੋਪ ਬਣਾਈ ਆ। ਇਹਦੇ ਵਿੱਚ ਜਾਗ੍ਰਿਤੀ ਸ਼ੁਰੂ ਹੋ ਗਈ, ਇਹਦੇ ਵਿੱਚ ਸਾਇੰਸ ਦਾ ਰੀਜ਼ਨ ਤੇ ਐਕਸਪੈਰੀਮੈਂਟੇਸ਼ਨ ਸ਼ੁਰੂ ਹੋ ਗਈ ਹੈ। ਹਾਂਜੀ, ਅੱਗੇ ਆਪਾਂ ਗੱਲ ਕਰਦੇ ਹਾਂ ਕਿ ਇੰਡਸਟਰੀਅਲ ਰੈਵੋਲੂਸ਼ਨ ਇੱਕ ਬਹੁਤ ਵੱਡਾ ਹਿਊਮੈਨਿਟੀ ਦੇ ਅੰਦਰ ਇਹ ਚੇਂਜ ਆਈ ਹੈ, ਰੈਵੋਲੂਸ਼ਨ ਆਇਆ। ਇੰਗਲੈਂਡ 'ਚ ਸ਼ੁਰੂ ਹੋਇਆ, ਅੱਗੇ ਵੱਧਦਾ ਫਿਰ ਜਰਮਨੀ ਵੀ ਗਿਆ, ਫਰਾਂਸ ਵੀ ਗਿਆ। ਉਹਦਾ ਦੇਖੋ ਜੀ, ਸਭ ਤੋਂ ਜ਼ਿਆਦਾ ਫਾਇਦਾ ਤਾਂ ਖੈਰ ਇੰਗਲੈਂਡ ਨੂੰ ਹੀ ਹੋਇਆ ਤੇ ਨੁਕਸਾਨ ਵੀ ਇੰਗਲੈਂਡ ਨੂੰ ਹੀ ਹੋਇਆ। ਇਸ ਦੌਰਾਨ ਬਹੁਤ ਹੀ ਸਾਇੰਟੀਫਿਕ ਰੀਜ਼ਨਿੰਗ ਡਿਵੈਲਪ ਹੋਣੀ ਸ਼ੁਰੂ ਹੋ ਗਈ, ਐਕਸਪੈਰੀਮੈਂਟੇਸ਼ਨ ਸ਼ੁਰੂ ਹੋ ਗਈ, ਕਮਿਊਨੀਕੇਸ਼ਨ
ਟੈਲੀਗ੍ਰਾਫ ਵਗੈਰਾ ਬਣ ਗਿਆ, ਰੇਲ ਰੋਡਸ ਵਗੈਰਾ ਬਣਨੇ ਸ਼ੁਰੂ ਹੋਏ, ਆਪਸ ਦੇ ਵਿੱਚ ਲੋਕਾਂ ਦੀ ਐਕਸਚੇਂਜ ਆਫ ਇਨਫੋਰਮੇਸ਼ਨ ਸ਼ੁਰੂ ਹੋ ਗਈ। ਇੰਡਸਟਰੀ ਇੰਨੀ ਜ਼ਿਆਦਾ एक्सपैंड कर गई, प्रोडक्शन बहुत ज़्यादा हो गई, ऑटोमेशन शुरू हो गई। टैक्नोलॉजी का फायदा मैडिकल साइंस ਨੂੰ ਇਹ ਹੋਇਆ ਕਿ ਇਹਦੇ ਵਿੱਚ ਉਹਨਾਂ ਨੇ ਮੈਡੀਕਲ ਇਕਵਿਪਮੈਂਟਸ ਜਿੱਦਾਂ ਕਿ ਸਰਜੀਕਲ ਇਨਸਟਰੂਮੈਂਟਸ ਹੋਏ, ਸਿਰਿੰਜਸ ਹੋਈਆਂ, ਨੀਡਲਸ ਹੋਈਆਂ, ਇਹ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਔਰ ਇੱਕ ਇਹਦੇ ਨਾਲ ਇਹ ਵੀ ਗੱਲ ਹੋਈ ਕਿ ਇੰਨੀ ਜ਼ਿਆਦਾ ਇਕਨੋਮਿਕ ਐਕਟੀਵਿਟੀ ਪ੍ਰੋਡਕਸ਼ਨ ਹੋਣੀ ਸ਼ੁਰੂ ਹੋਈ ਕਿ ਲੋਕ ਪਿੰਡਾਂ ਚੋਂ ਉੱਠ ਕੇ ਸ਼ਹਿਰਾਂ ਦੇ ਵਿੱਚ ਆਉਣੇ ਸ਼ੁਰੂ ਹੋਏ। ਸ਼ਹਿਰਾਂ ਦੇ ਵਿੱਚ ਪਾਪੂਲੇਸ਼ਨ ਲੰਡਨ ਦੀ ਆਲਮੋਸਟ ਡਬਲ ਹੋ ਗਈ। ਹਾਊਸਿੰਗ ਦੀ ਕੰਡੀਸ਼ਨ ਬੜੀ ਮਾੜੀ, ਇਨਫੈਕਸ਼ੀਅਸ ਡਿਜ਼ੀਜ਼ ਸ਼ੁਰੂ ਹੋ ਗਈਆਂ, ਓਵਰ ਕਰਾਊਡਿੰਗ ਸ਼ੁਰੂ ਹੋ ਗਈ, ਸੈਨੀਟੇਸ਼ਨ ਬੜੀ ਮਾੜੀ ਹੈ, ਲੋਕਾਂ ਦੀ ਡਾਇਟ ਔਰ ਲੋਕਾਂ ਦੇ ਲੌਂਗ ਵਰਕ ਆਵਰਸ ਦੇ ਨਾਲ ਪਬਲਿਕ ਜਿਹੜੀ ਹੈਲਥ ਹੈ ਬਹੁਤ ਜ਼ਿਆਦਾ ਡਿਟੀਰੀਏਟ ਹੋਈ। ਸੋ ਮਚ ਸੋ ਕਿ ਬਰਮਿੰਗਹੈਮ ਦੇ ਏਰੀਏ 'ਚ, ਇੰਡਸਟਰੀਅਲ ਏਰੀਏ ਦੇ ਵਿੱਚ ਜਿਹੜੀ ਕਿ ਲੋਕਾਂ ਦੀ ਮੋਰਟੈਲਿਟੀ ਰੇਟ ਸੀ ਆਲਮੋਸਟ ਡਬਲ ਹੋ ਗਈ। ਇਨਫੈਂਟ ਮੋਰਟੈਲਿਟੀ ਰੇਟ ਜਿਹੜਾ ਹੋ ਗਿਆ ਉਹ ਡਬਲ ਹੋ ਗਿਆ। ਕੋਲਰਾ, ਯੈਲੋ ਫੀਵਰ ਔਰ ਜੇਲਸ ਦੇ ਵਿੱਚ ਟਾਈਫਸ ਵਗੈਰਾ ਦੀਆਂ ਬਿਮਾਰੀਆਂ ਆਉਣੀਆਂ ਸ਼ੁਰੂ ਹੋ ਗਈਆਂ। ਹਾਲਤ ਜਿੱਥੇ ਇੰਨੀ ਹੈਲਥ ਡਿਕਲਾਈਨ ਹੋਈ ਆ, ਉਹਦੇ ਨਾਲ ਫਿਰ ਪਬਲਿਕ ਮੈਜਰਸ ਵੀ ਨਾਲ ਸ਼ੁਰੂ ਹੋ ਗਏ। ਪਬਲਿਕ ਹੈਲਥ ਲਾਜ਼ ਜਿਹੜੇ ਇੰਗਲੈਂਡ 'ਚ ਬਣੇ ਨੇ, ਬਾਅਦ ਦੇ ਵਿੱਚ ਉਹਨਾਂ ਦੀ ਨੈਸ਼ਨਲ ਹੈਲਥ ਸਰਵਿਸਿਜ਼ ਵੀ ਡਿਵੈਲਪ ਹੋਈਆਂ। ਰੈਗੂਲੇਸ਼ਨਸ ਬੜੇ ਸ਼ੁਰੂ ਹੋਏ, ਵਾਟਰ ਸਪਲਾਈ, ਸੂਅਰ ਸਿਸਟਮ, ਸੈਨੀਟੇਸ਼ਨ ਦੀਆਂ ਮੂਵਮੈਂਟ। ਉਹ ਤੋਂ ਬਾਅਦ ਫਿਰ ਇਹ ਡਿਕਲਾਈਨ ਤੋਂ ਬਾਅਦ ਹੀ ਇਹ ਕੰਮ ਸ਼ੁਰੂ ਹੋਇਆ। ਹੁਣ ਆਪਾਂ ਗੱਲ ਕਰਦੇ ਹਾਂ ਇੱਕ ਜਿਹੜੀ ਆ ਫਾਰਮ ਆਫ ਮੈਡੀਸਨ ਜਿਹਨੂੰ ਕਿ ਹੋਮਿਓਪੈਥੀ ਕਹਿੰਦੇ ਆ, ਇਹਦਾ ਓਰੀਜਨ ਕਿਵੇਂ ਹੋਇਆ। ਇਹ ਤਕਰੀਬਨ 18ਵੀਂ ਸਦੀ ਦੇ ਐਂਡ ਦੇ ਵਿੱਚ ਕਿ ਜਰਮਨ ਸੈਮੂਅਲ ਹੈਨੇਮਨ ਜਿਹੜਾ ਇੱਕ ਸਾਇੰਟਿਸਟ ਹੋਇਆ ਹੈ, ਇਹਦੀ ਨੀਡ ਹੋਮਿਓਪੈਥੀ ਦੀ ਇਸ ਲਈ ਹੋਈ ਕਿ ਉਸ ਟਾਈਮ ਦੇ ਉੱਤੇ ਜੋ ਵੀ ਅਵੇਲੇਬਲ ਦਵਾਈਆਂ ਸੀ, ਜਾਂ ਤਾਂ ਉਹ ਇਫੈਕਟਿਵ ਨਹੀਂ ਸੀ, ਪਰ ਉਹਨਾਂ ਦੇ ਸਾਈਡ ਇਫੈਕਟਸ ਬੜੇ ਸੀ। ਉਹਨੇ ਇਸੇ ਚੀਜ਼ ਨੂੰ ਦੇਖਿਆ ਕਿ ਕਿਉਂ ਨਾ ਇੱਕ ਐਸੀ ਚੀਜ਼ ਬਣਾਈ ਜਾਏ, ਔਰ ਉਹਦਾ ਕਾਨਸੈਪਟ ਇਹ ਸੀ ਕਿ ਜੇ ਬਿਮਾਰੀ ਹੁੰਦੀ ਹੈ, ਲਾਈਕ ਕਿਉਰਸ ਲਾਈਕ, ਜੋ ਬਿਮਾਰੀ ਸਿੰਪਟਮ ਪ੍ਰੋਡਿਊਸ ਕਰਦੀ ਹੈ, ਜੇ ਦਵਾਈ ਦੇ ਨਾਲ ਉਹੇ ਜਿਹੇ ਸਿੰਪਟਮ ਹੀ ਕ੍ਰੀਏਟ ਕਰ ਦਿੱਤੇ ਜਾਣ ਤੇ ਉਸ ਦੇ ਨਾਲ ਬਿਮਾਰੀ ਠੀਕ ਕਰ ਸਕਦੇ ਹਾਂ। ਮਲੇਰੀਆ ਬੜਾ ਪਪੂਲਰ ਸੀ, ਰੈਂਪੈਂਟ ਸੀ ਐਟ ਦੈਟ ਟਾਈਮ। ਉਹਨੇ ਜੀ ਆਪ ਵੀ ਔਰ ਮਰੀਜ਼ਾਂ ਨੂੰ ਵੀ ਸਿਨਕੋਨਾ ਬਾਰਕ, ਜਿਹੜੇ ਕਿ ਜਦੋਂ ਕੁਨੀਨ ਬਣਦੀ ਆ, ਉਹ ਦੇ ਕੇ ਲਾਰਜ ਡੋਜ਼ਸ ਦੇ ਕੇ ਐਕਸਪੈਰੀਮੈਂਟ ਸ਼ੁਰੂ ਕਰ ਦਿੱਤੇ। ਉਹਨਾਂ ਲੋਕਾਂ ਨੂੰ ਇਹ ਖਾਣ ਦੇ ਨਾਲ ਉਸੇ ਤਰ੍ਹਾਂ ਹੀ ਹੋਇਆ, ਬੁਖਾਰ ਚੜਿਆ, ਰਾਈਗਰਸ ਹੋਏ, ਸ਼ਿਵਰਿੰਗ ਹੋਈ, ਬੜੀ ਬੁਰੀ ਹਾਲਤ ਹੋਈ, ਪਰ ਉਹਨਾਂ ਲੋਕਾਂ ਦਾ ਬੁਖਾਰ ਠੀਕ ਹੋ ਗਿਆ, ਮਲੇਰੀਆ ਠੀਕ ਹੋ ਗਿਆ। ਔਰ ਇਸ ਕਰਕੇ ਉਹ ਇਸੇ ਚੀਜ਼ ਨੂੰ ਪੁਸ਼ ਕਰਦਾ ਰਿਹਾ ਕਿ ਲਾਈਕ ਕਿਉਰਸ ਲਾਈਕ, ਜੇ ਸਿੰਪਟਮ ਪ੍ਰੋਡਿਊਸ ਕਰੋਗੇ ਤਾਂ ਡਿਜ਼ੀਜ਼ ਵੀ ਆਪਣੇ ਆਪ ਠੀਕ ਹੋ ਜਾਏਗੀ। ਸਾਈਡ ਇਫੈਕਟ ਇੰਨੇ ਜ਼ਿਆਦਾ ਹੋਣ ਕਰਕੇ ਉਹਨੇ ਫਿਰ ਡਾਇਲੂਸ਼ਨ ਸ਼ੁਰੂ ਕਰਤੀ ਦਵਾਈਆਂ ਦੀ, ਐਕਸਪੋਨੈਂਸ਼ੀਅਲ ਡਿਲੂਸ਼ਨਸ। ਉਹਦੇ ਵਿੱਚ ਕਿ ਇੰਨੀ ਜ਼ਿਆਦਾ ਉਹ ਤਾਂ ਡਿਲੂਸ਼ਨ ਕਰਦੇ ਸੀ ਕਿ ਅਖੀਰ ਦੇ ਵਿੱਚ ਦਵਾਈ ਦੀ ਐਲੀਮੈਂਟ ਤਾਂ ਨੈਗਲੀਜੀਬਲ ਅਮਾਊਂਟ ਹੀ ਹੁੰਦਾ ਸੀ। ਨੈਚੁਰਲੀ ਸਾਈਡ ਇਫੈਕਟ ਤਾਂ ਕੀ ਹੋਣੇ ਕਿ ਦਵਾਈ ਵਿੱਚ ਹੈ ਨਹੀਂ। ਔਰ ਇਹਦੀ ਪਪੂਲੈਰਿਟੀ ਅਮਰੀਕਾ ਵਿੱਚ 19th ਸੈਂਚੁਰੀ 'ਚ ਕਾਫੀ ਹੋ ਗਈ ਸੀ, ਕਿਉਂਕਿ ਦਵਾਈਆਂ ਉਸ ਟਾਈਮ ਦੀਆਂ ਜਿਹੜੀਆਂ ਸੀ ਉਹ ਕਾਫੀ ਸਾਈਡ ਇਫੈਕਟ ਕਰਦੀਆਂ ਸੀਗੀਆਂ। ਔਰ ਫਿਰ ਜਾ ਕੇ 70s ਦੇ ਅੰਦਰ, ਆਪਣੇ 1970 ਦੇ ਅੰਦਰ, ਜਦੋਂ ਕਿ ਲੋਕ ਬਹੁਤ ਜ਼ਿਆਦਾ ਨੈਚੁਰਲ ਕਾਜ਼ਿਸ ਬਾਅਦ ਨੈਚੁਰੋਪੈਥੀ ਵੱਲ ਚਲੇ ਗਏ, ਉਦੋਂ ਫਿਰ ਜਾ ਕੇ ਹੋਮਿਓਪੈਥੀ ਦੀ ਇਹ ਕਾਫੀ ਪਪੂਲੈਰਿਟੀ ਹੋ ਗਈ ਹੈ। ਦੇਖੋ, ਸਾਈਡ ਇਫੈਕਟ ਭਾਵੇਂ ਨਾ ਹੋਣ, ਜਿੰਨਾ ਵੀ ਡਿਲੇ ਹੋ ਗਿਆ ਕਿਸੇ ਬਿਮਾਰੀ ਨੂੰ ਟ੍ਰੀਟ ਕਰਨ ਦੇ ਵਿੱਚ, ਉਹ ਤੇ ਸੈਟਬੈਕ ਹੋਇਆ ਬਿਮਾਰੀ। ਸਾਡੇ ਵੱਡੇ ਵਿਜ਼ ਨੇ ਜਿਹੜੇ ਕਿ ਪੈਨਕ੍ਰੀਆਟਿਕ ਕੈਂਸਰ ਡਾਇਗਨੋਜ਼ ਹੋਇਆ ਅਰਲੀ
ਸਟੇਜਸ ਦੇ ਵਿੱਚ ਸਰਜਰੀ ਦੇ ਨਾਲ ਬਿਲਕੁਲ ਠੀਕ ਹੋ ਸਕਦੇ ਸੀ, ਉਹਨਾਂ ਨੇ ਸਰਜਰੀ ਨਹੀਂ ਕਰਾਈ, ਭੱਜ ਗਏ ਹਿਮਾਲਿਆ ਦੇ ਵਿੱਚ ਜੜੀਆਂ ਬੂਟੀਆਂ ਖਾਣ ਲਈ। 1 ਸਾਲ ਦੇ ਬਾਅਦ ਜਦੋਂ ਵਾਪਸ ਆਏ ਆ, ਕੈਂਸਰ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਅਨਟ੍ਰੀਟੇਬਲ ਕੈਂਸਰ ਹੋ ਗਿਆ। ਔਰ ਇੰਨੀ ਦੇਖੋ ਸੈਟਬੈਕ ਹਿਊਮੈਨਿਟੀ ਨੂੰ ਉਹਨਾਂ ਲੋਕਾਂ ਦੀ ਜਾਣ ਕਰਕੇ ਹੋਈ ਆ। ਸੋ ਕੋਸਟ ਤੇ ਹੈ ਹਰ ਚੀਜ਼ ਦੀ, ਜੇ ਸਾਈਡ ਇਫੈਕਟ ਇਹ ਨਹੀਂ ਤਾਂ ਕੋਸਟ ਤੇ ਹੈ। ਸੋ ਇਹ ਜਿਹੜੀ ਮੈਡੀਸਨ ਹੈ ਸਾਇੰਟੀਫਿਕਲੀ has been proven not to be effective at all। ਭਾਵੇਂ ਇਹਦੇ ਸਾਈਡ ਇਫੈਕਟ ਕੋਈ ਨਹੀਂ, ਪਰ ਇਹਦੇ ਸਾਇੰਟੀਫਿਕਲੀ ਕੋਈ ਬੈਨੀਫਿਟਸ ਨਹੀਂ। ਔਰ ਜਿੱਦਾਂ ਮੈਂ ਦੱਸਿਆ ਕਿ ਜੇ ਸਾਈਡ ਇਫੈਕਟ ਆ ਤਾਂ ਡਿਲੇ ਟ੍ਰੀਟਮੈਂਟ ਹੀ ਆ। ਅਸੀਂ ਹੁਣ ਡਿਸਕਸ ਕਰਦੇ ਹਾਂ ਮਾਡਰਨ ਮੈਡੀਸਨ। ਹਾਂਜੀ, 19th ਸੈਂਚੁਰੀ ਦੀ ਗੱਲ ਕਰਦੇ ਹਾਂ, ਜਿਹਨੂੰ ਅਸੀਂ ਐਰਾ ਆਫ ਇਨੋਵੇਸ਼ਨਸ ਕਹਿੰਦੇ ਹਾਂ ਜਾਂ ਮਾਡਰਨ ਮੈਡੀਸਨ ਕਹਿੰਦੇ ਹਾਂ। ਉਹ ਤੋਂ ਪਹਿਲਾਂ ਮੈਂ ਇੱਕ ਗੱਲ ਕਰਦੇ ਹਾਂ ਕਿ ਦੇਖੋ ਸਾਇੰਸ ਦੀ ਸੋਚ ਦਾ ਬੂਟਾ ਜਿਹੜਾ ਕਿ ਗ੍ਰੀਕ ਲੋਕਾਂ ਨੇ ਲਾਇਆ, ਹਿਪੋਕਰੇਟਸ ਵਗੈਰਾ ਨੇ ਕੁਐਸਚਨ ਕੀਤੀਆਂ ਚੀਜ਼ਾਂ ਨੂੰ ਔਰ ਸਾਇੰਸ ਅੱਗੇ ਵਧਣੀ ਸ਼ੁਰੂ ਹੋਈ। ਉਹ ਬੂਟਾ ਡਿੱਗਦਾ ਢਹਿੰਦਾ ਹੌਲੀ ਹੌਲੀ ਵੱਡਾ ਹੁੰਦਿਆਂ ਕਈ ਝੱਖੜ ਹਨੇਰੀਆਂ ਚੋਂ ਲੰਘਦਿਆਂ ਟਾਈਮ ਦੇ ਵਿੱਚ ਹੁਣ ਇਸ ਵੇਲੇ 19th ਸੈਂਚੁਰੀ ਦੇ ਵਿੱਚ ਉਹ ਪਹੁੰਚਿਆ। ਔਰ ਉਸ ਸਾਇੰਸ ਦੇ ਲਾਏ ਬੂਟੇ ਨੂੰ ਦੇਖੋ ਜੀ, ਹੁਣ ਫਲ ਤੇ ਫਰੂਟ ਲੱਗਣੇ ਸ਼ੁਰੂ ਹੋਏ ਆ ਔਰ ਇੰਨੇ ਜ਼ਿਆਦਾ ਰੱਜ ਕੇ ਫਲਿਆ ਫੁੱਲਿਆ ਬੂਟਾ, ਜਿਹਦੀਆਂ ਆਪਾਂ ਹੁਣ ਗੱਲਾਂ ਕਰਦੇ ਹਾਂ ਇਨੋਵੇਸ਼ਨਸ ਦੇ ਤਰੀਕੇ ਨਾਲ। ਇਨੋਵੇਸ਼ਨਸ ਹੋਈਆਂ ਸਰਜਰੀ ਦੇ ਵਿੱਚ। ਸਭ ਤੋਂ ਪਹਿਲਾਂ ਐਨਸਥੀਸੀਆ, ਹੰਫਰੀ ਡੇਵੀ ਨੇ ਪਹਿਲਾਂ ਤਾਂ ਨਾਈਟ੍ਰਿਕ ਆਕਸਾਈਡ ਯੂਜ਼ ਕੀਤੀ, ਫਿਰ ਬਾਅਦ ਚ ਅੱਗੇ ਲੋਕਾਂ ਨੇ ਈਥਰ ਤੇ ਕਲੋਰੋਫਾਰਮ। ਇਹਦੇ ਨਾਲ ਇੰਨੀ ਜ਼ਿਆਦਾ ਐਡਵਾਂਸਮੈਂਟ ਹੋਈ ਕਿ ਸਰਜਰੀ ਜਿਹੜੀ ਪਹਿਲਾਂ ਕਰਦੇ ਸੀ ਕਿ ਇੱਕ ਸਰਜਨ ਨੇ ਕੰਮ ਕਰਨਾ ਤੇ 10 ਬੰਦਿਆਂ ਨੇ ਮਰੀਜ਼ ਨੂੰ ਥੱਲੇ ਬੰਨ ਕੇ ਬਿਠਾਉਣਾ ਤੇ ਉਹਦੇ ਮੂੰਹ ਦੇ ਵਿੱਚ ਲੱਕੜੀ ਦੇ ਦੇਣੀ ਤੇ ਉਹਨੇ ਚੀਕਾਂ ਮਾਰਦਿਆਂ ਸਰਜਰੀ ਕਰਨੀ। ਇੰਨੀ ਜ਼ਿਆਦਾ ਸਿੰਪਲ ਹੋਈ ਐਨਸਥੀਸੀਆ ਦੇ ਨਾਲ ਕਿ ਇਹ ਤੇ ਕਮਾਲ ਹੋ ਗਈ ਆ। ਸਰਜਰੀ ਦੇ ਵਿੱਚ ਦੂਸਰਾ ਕੰਮ ਜਿਹੜਾ ਹੋਇਆ ਬਲੱਡ ਟ੍ਰਾਂਸਫਿਊਜ਼ਨ, ਇੰਨੀ ਸੇਫ ਔਰ ਮੋਰਟੈਲਿਟੀ ਮੋਰਬਿਡਿਟੀ ਇੰਨੀ ਜ਼ਿਆਦਾ ਘਟ ਗਈ ਕਿ ਇਹ ਵੀ ਕਮਾਲ ਹੋ ਗਈ। ਤੀਸਰੀ ਜਿਹੜੀ ਗੱਲ ਹੋਈ ਆ ਕਿ ਐਂਟੀਸੈਪਸਿਸ, ਕਿ ਉਹਨਾਂ ਨੇ ਲੱਭ ਲਿਆ ਕਿ ਬਿਮਾਰੀਆਂ ਦਾ ਬਹੁਤੀਆਂ ਦਾ ਕਾਰਨ ਇਨਫੈਕਸ਼ਨ ਹੈ। ਜਰਮ ਥਿਊਰੀ ਦੇ ਬਾਰੇ ਵੀ ਅੱਗੇ ਪੜ੍ਹਦੇ ਹਾਂ ਆਪਾਂ। ਔਰ ਸਰਜਰੀ ਲਈ ਜੇ ਤੁਸੀਂ ਐਂਟੀਸੈਪਸਿਸ ਯੂਜ਼ ਕਰੋ, ਗਲਵਸ ਪਾਓ, ਠੀਕ ਹੈ, ਔਰ ਚੀਜ਼ਾਂ ਨੂੰ ਸਾਫ਼ ਸੁਥਰੀਆਂ ਰੱਖੋ। ਔਰ ਲੋਕਾਂ ਨੇ ਉਸ ਟਾਈਮ ਦੇ ਸਰਜਨਾਂ ਨੇ ਤਾਂ ਕਾਫੀ ਆਪੋਜੀਸ਼ਨ ਵੀ ਕੀਤੀ, ਕਹਿੰਦੇ ਜੀ ਨਹੀਂ ਇਹ ਐਵੇਂ ਕਹਿੰਦੇ ਆ, ਇਹਦਾ ਕੋਈ ਫਰਕ ਨਹੀਂ ਪੈਂਦਾ ਜੀ। ਉਹ ਥੱਲਿਓਂ ਜੇ ਨਾਈਫ ਜਿਹੜਾ ਸਰਜਰੀ ਕਰਦੇ ਥੱਲੇ ਫਰਸ਼ ਤੇ ਡਿੱਗਿਆ, ਚੱਕ ਕੇ ਉਹਨੂੰ ਮਾੜਾ ਜਿਹਾ ਐਵੇਂ ਸਾਫ਼ ਕਰਕੇ ਤੇ ਫਿਰ ਦੁਬਾਰਾ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਸੀ। ਕੋਈ ਕੈਥੇਟਰ ਕਿਸੇ ਦੇ ਪਾਉਣਾ ਤੇ ਉਹਨੂੰ ਵਿੱਚ ਦੀ ਪਹਿਲਾਂ ਮੂੰਹ ਦੇ ਨਾਲ ਹਵਾ ਮਾਰ ਕੇ ਉਹਨੂੰ ਦੇਖ ਲੈਣਾ, ਚੈੱਕ ਕਰ ਲੈਣਾ, ਫਿਰ ਉਹਦੇ ਕੈਥੇਟਰ ਪਾ ਦੇਣਾ। ਆਪੋਜੀਸ਼ਨ ਤੇ ਹੋਈ ਆ, ਹੌਲੀ ਹੌਲੀ ਲੋਕਾਂ ਨੇ ਅਡਾਪਟ ਕਰਨਾ ਸ਼ੁਰੂ ਕਰ ਲਿਆ। ਤੇ ਅੱਛਾ, ਔਰ ਦੂਸਰਾ ਮੈਡੀਸਨ ਦੇ ਵਿੱਚ ਸਟੈਥੋਸਕੋਪ ਆਈ ਆ। ਸਟੈਥੋਸਕੋਪ ਤੋਂ ਪਹਿਲਾਂ ਡਾਕਟਰ ਨੇ ਕੀ ਕਰਨਾ ਕਿ ਕੰਨ ਆਪਣਾ ਮਰੀਜ਼ ਦੀ ਛਾਤੀ ਦੇ ਉੱਤੇ ਰੱਖ ਕੇ ਉਹਦੀ ਸਾਹ ਨੂੰ ਸੁਣਨਾ ਤੇ ਉਹਦੀਆਂ ਹਾਰਟ ਦੀਆਂ ਸਾਊਂਡਸ ਨੂੰ ਸੁਣਨਾ। ਉਹ ਬੜਾ ਈਜ਼ੀ ਹੋ ਗਿਆ, ਉੱਥੋਂ ਡਾਇਗਨੋਸਿਸ ਬਣਾਉਣੇ ਬੜੇ ਈਜ਼ੀ ਹੋ ਗਏ। ਕੁਨਾਈਨ ਮਲੇਰੀਆ ਦੇ ਲਈ ਉਹ ਐਕਸਟਰੈਕਟ ਕਰਕੇ ਉਹਨਾਂ ਨੇ ਦਵਾਈ ਬਣਾ ਲਈ ਕਿ ਮਲੇਰੀਆ ਇਹਦੇ ਨਾਲ ਕੰਟਰੋਲ ਕਰ ਸਕਦੇ ਹਾਂ। ਔਰ ਐਸਪਰਿਨ ਪੇਨ ਦੀ ਜਿਹੜੀ ਕੰਟਰੋਲ ਕਰਨ ਦੇ ਲਈ, ਹਾਲਾਂਕਿ ਜਿਹੜਾ ਕੋਈ ਇਹ ਪਹਿਲਾਂ ਵੀ ਲੋਕ 4000-5000 ਸਾਲ ਪਹਿਲਾਂ ਪੇੜਾਂ ਦੇ ਪੱਤਿਆਂ ਨੂੰ, ਬਾਰਕਸ ਨੂੰ, ਡਿਫਰੈਂਟ ਟਾਈਪ ਨੂੰ ਯੂਜ਼ ਕਰਕੇ ਪੇਨ ਨੂੰ ਰਿਲੀਵ ਕਰ ਲੈਂਦੇ ਸੀ। ਪਰ ਐਸਪਰਿਨ ਜਦੋਂ ਸੈਲਿਕ ਐਸਿਡ ਸਾਹਮਣੇ ਆਇਆ, ਪੇਨ ਦੇ ਰਿਲੀਫ ਹੋਣਾ ਸ਼ੁਰੂ ਹੋ ਗਿਆ। ਇਹਦੇ ਨਾਲ ਬਹੁਤ ਹੀ ਜ਼ਿਆਦਾ ਫਾਇਦਾ ਹੋਣਾ ਸ਼ੁਰੂ ਹੋ ਗਿਆ। ਅੱਛਾ, ਪ੍ਰੀਵੈਂਸ਼ਨ ਦੇ ਵਿੱਚ ਇਹ ਅਸੀਂ ਗੱਲ ਕਰਦੇ ਹਾਂ, ਬਹੁਤ ਹੀ ਜ਼ਿਆਦਾ ਵੱਡੀ ਗੱਲ ਹੈ। ਸਭ ਤੋਂ ਪਹਿਲਾਂ ਤੇ ਸਮੌਲ ਪੌਕਸ। ਐਡਵਰਡ ਜੈਨਰ ਨੇ ਸਮੌਲ ਪੌਕਸ ਵਿਚਾਰੇ ਨੇ, ਉਹਨੇ ਤਾਂ ਕਾਓ ਪੌਕਸ ਨੂੰ ਲੈ ਕੇ ਉਹਨੇ ਵੈਕਸੀਨ ਬਣਾਈ
और ਜਿਹੜੇ ਰਾਇਲ ਸੁਸਾਇਟੀ ਹੈਗੀ ਉਹਨਾਂ ਨੇ ਪਬਲਿਸ਼ ਕਰਨ ਤੋਂ ਵੀ ਨਾ ਕਰ ਦਿੱਤੀ ਔਰ ਉਹਨੇ ਆਪਣੇ ਪੈਸੇ ਲਾ ਕੇ ਉਹ ਆਪਣੇ ਪੇਪਰ ਜਿਹੜੇ ਪਬਲਿਸ਼ ਕੀਤੇ ਦੇਖੋ ਸਮਾਲ ਪਾਕਸ ਉਹ ਤੋਂ ਬਾਅਦ ਫਿਰ ਇੰਨੀ ਜ਼ਿਆਦਾ ਕੰਟਰੋਲ 'ਚ ਆ ਗਈ ਹੁਣ ਤਾਂ ਐਲੀਮੀਨੇਟ ਹੀ ਹੋ ਗਈ ਆ ਪਰ ਸ਼ੁਰੂ ਦੇ ਵਿੱਚ ਲੋਕਾਂ ਨੇ ਜਿਨ੍ਹਾਂ ਨੇ ਇਨਵੈਂਸ਼ਨਸ ਕੀਤੀਆਂ ਉਹਨਾਂ ਨੂੰ ਮੁਸ਼ਕਲਾਂ ਵੀ ਬੜੀਆਂ ਆਈਆਂ ਨੇ ਐਸੀ ਗੱਲ ਨਹੀਂ ਜਰਮ ਥਿਊਰੀ ਕਿ ਬੈਕਟੀਰੀਆ ਹੀ ਇਸ ਬਿਮਾਰੀ ਦਾ ਮੁੱਢ ਨੇ ਜੜ ਨੇ ਜਿਵੇਂ ਕਿ ਪਹਿਲਾਂ ਵੀ ਕਹਿ ਸਕਦੇ ਹਾਂ ਕਿ ਮਿਆਜ਼ਮਾ ਥਿਊਰੀ ਪਹਿਲਾਂ ਗ੍ਰੀਕਸ ਨੇ ਕੱਢੀ ਸੀ ਕਿ ਇਹ ਮਾੜੀ ਹਵਾ ਆ ਗੰਦੀ ਹਵਾ ਆ ਜਿਸ ਕਰਕੇ ਇਹ ਬੈਕਟੀਰੀਆ ਗਰੋ ਕਰਦੇ ਨੇ ਇਹਦੇ ਵਾਸਤੇ ਵੀ ਲੂਈ ਪਾਸਚਰ ਨੇ ਉਹਨੇ ਤੇ ਐਕਸਪੈਰੀਮੈਂਟ ਵੀ ਕੀਤੇ ਅੱਛਾ ਉਹਨੇ ਫਲਾਸਕਾਂ ਲੈ ਕੇ ਡਿਫਰੈਂਟ ਸ਼ਹਿਰਾਂ ਦੇ ਵਿੱਚ ਕਿ ਇਸ ਸ਼ਹਿਰ ਦੀ ਹਵਾ ਇਸ ਤਰ੍ਹਾਂ ਦੀ ਹੈ ਇੱਥੇ ਇੰਨੇ ਬੈਕਟੀਰੀਆ ਹੋਏ ਇਹਦੇ 'ਚ ਇੰਨੇ ਬੈਕਟੀਰੀਆ ਹੋਏ ਉਹਨੇ ਇਹ ਦੱਸ ਦਿੱਤਾ ਕਿ ਬੈਕਟੀਰੀਆ ਹੈਗੇ ਨੇ ਹਵਾ ਦੇ ਵਿੱਚ ਔਰ ਉਹਨੇ ਹੀ ਫਿਰ ਅੱਗੇ ਆ ਕੇ ਫਰਮੈਂਟੇਸ਼ਨ ਆਫ ਵਾਈਨ ਕਿ ਫਰਮੈਂਟਡ ਬੀਅਰ ਤੋਂ ਲੋਕੀ ਬਿਮਾਰ ਕਿਵੇਂ ਹੋ ਜਾਂਦੇ ਨੇ ਮਿਲਕ ਜਿਹੜਾ ਉਹ ਸਾਵਰ ਕਿਉਂ ਹੋ ਜਾਂਦਾ ਪੈਸਚਰਾਈਜੇਸ਼ਨ ਆਫ ਮਿਲਕ ਦਾ ਪ੍ਰੋਸੈਸ ਜਿਹੜਾ ਅੱਜ ਵੀ ਚੱਲ ਰਿਹਾ ਲੂਈ ਪੈਸਚਰ ਨੇ ਉਹ ਡਿਵੈਲਪ ਕੀਤਾ ਸੀਗਾ ਉਹਨੇ ਹੀ ਇਨੈਕੂਲੇਸ਼ਨ ਕੀਤੀ ਕਿ ਸ਼ੀਪਸ ਜਿਹੜੀਆਂ ਜੇ ਉਹਨਾਂ ਨੂੰ ਐਂਥ੍ਰੈਕਸ ਨਾਲ ਇਨੈਕੂਲੇਟ ਕਰ ਦਿਓ ਤੇ ਉਹ ਬਿਮਾਰੀ ਨਾਲ ਨਹੀਂ ਮਰਦੀਆਂ ਜਿਨ੍ਹਾਂ ਨੂੰ ਇਨੈਕੂਲੇਟ ਨਹੀਂ ਕੀਤਾ ਉਹ ਸਾਰੀਆਂ ਬਿਮਾਰੀ ਨਾਲ ਮਰ ਜਾਂਦੀਆਂ ਸੀ ਕਿੰਨੀ ਕਮਾਲ ਦੀ ਗੱਲ ਹੈ ਰੈਵੋਲੂਸ਼ਨ ਹੋ ਰਿਹਾ ਇਸ ਟਾਈਮ ਦੇ ਉੱਤੇ ਔਰ ਉਸ ਟਾਈਮ ਦੇ ਉੱਤੇ ਰੋਬਰਟ ਕੋਚ ਕਿ ਜਿਹੜਾ ਜਰਮਨ ਸੀਗਾ ਉਹਨੇ ਵੀ ਐਂਥ੍ਰੈਕਸ ਦੇ ਨਾਲ ਔਰ ਕੋਲਰਾ ਦੀ ਵੈਕਸੀਨ ਵਗੈਰਾ ਦੇ ਲਈ ਕਾਫੀ ਔਰ ਇਨਫੈਕਟ ਇਹਨਾਂ ਦਾ ਆਪਸ 'ਚ ਦੋਹਾਂ ਦਾ ਕਾਫੀ ਰਾਈਵਲਰੀ ਵੀ ਆਪਸ 'ਚ ਰਹੀ ਸੀ ਅੱਛਾ ਡਾਇਗਨੋਸਟਿਕਸ ਦੇ ਵਿੱਚ ਐਕਸ-ਰੇ ਇਨਵੈਂਸ਼ਨ ਜਿਹੜੀ ਹੈਗੀ ਆ ਉਹ ਤੇ ਬਹੁਤ ਹੀ ਕਮਾਲ ਦੀ ਆ ਰੋਂਟਜਨ ਜਿਹੜਾ ਕਿ 1895 ਦੇ ਵਿੱਚ ਉਹ ਵਿਚਾਰਾ ਟੈਸਟ ਕਰ ਰਿਹਾ ਸੀ ਇੱਕ ਪਾਸੇ ਇੱਥੇ ਕੈਥੋਡ 'ਚੋਂ ਰੇਜ਼ ਆ ਰਹੀਆਂ ਵਿਚਕਾਰ ਸ਼ੀਸ਼ਾ ਜਿਹੜਾ ਫੋਟੋ ਦੇ ਫਰੇਮ ਦੇ ਵਿਚਲਾ ਸ਼ੀਸ਼ਾ ਉਹ ਵਿੱਚ ਦੀ ਦੇਖਣਾ ਚਾਹੁੰਦਾ ਸੀ ਕਿ ਲੰਘਦੀਆਂ ਰੇਜ਼ ਕਿ ਨਹੀਂ ਲੰਘਦੀਆਂ ਅੱਗੇ ਸਕਰੀਨ ਲਾਇਆ ਉਹਨੇ ਦੇਖਿਆ ਕਿ ਰੇਜ਼ ਲੰਘ ਰਹੀਆਂ ਨੇ ਪਰ ਆਲੇ ਦੁਆਲੇ ਜਿਹੜਾ ਫਰੇਮ ਹੈ ਸ਼ੀਸ਼ੇ ਦੇ ਉਹਦੀ ਫੋਟੋ ਸਕਰੀਨ ਦੇ ਉੱਤੇ ਆ ਗਈ ਉਹਨੇ ਆਪਣਾ ਹੱਥ ਅੱਗੇ ਕਰ ਦਿੱਤਾ ਉਹਦੇ ਹੱਥ ਦੀਆਂ ਬੋਨਸ ਦੀ ਫੋਟੋ ਉਹਦੇ ਤੇ ਆ ਗਈ ਦੇਖੋ ਐਕਸ-ਰੇ ਆ ਗਿਆ ਔਰ ਕਿੰਨੀ ਜ਼ਿਆਦਾ ਇਨਵੈਂਸ਼ਨ ਹੋ ਗਈ ਹੈ ਮੇਰਾ ਖਿਆਲ ਇਹ ਜਿਹੜਾ 19th ਸੈਂਚੁਰੀ ਦਾ ਜ਼ਮਾਨਾ ਸੀ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਇਨਵੈਂਸ਼ਨਸ ਹੋਈਆਂ ਸਾਇੰਸ ਦੀ ਐਡਵਾਂਸਮੈਂਟ ਬਹੁਤ ਜ਼ਿਆਦਾ ਹੋਈ ਹੈ ਅੱਛਾ ਥੋੜੀ ਜਿਹੀ ਹੁਣ ਆਪਾਂ ਸਾਇੰਸ ਦੀ ਗੱਲ ਕਰ ਰਹੇ ਹਾਂ ਇਨ ਬਰੀਫ ਜੇ ਗੱਲ ਕਰੀਏ ਕਿ ਸਾਇੰਸ ਜਿਹੜੀ ਆ ਜਿਹਨੇ ਕਿ ਇੰਨਾ ਜ਼ਿਆਦਾ ਰੈਵੋਲੂਸ਼ਨ ਲਿਆ ਦਿੱਤਾ ਮੈਡੀਸਨ ਦੇ ਨਾਲ ਰਲ ਕੇ ਕੀ ਪ੍ਰਿੰਸੀਪਲਸ ਨੇ ਉਹਨਾਂ ਦੇ ਜਿਸ ਕਰਕੇ ਕਈ ਬ੍ਰਾਂਚਿਸ ਆਫ ਮੈਡੀਸਨ ਜਿੱਦਾਂ ਆਈਆਂ ਔਰ ਕੋਈ ਹੀ ਫਾਰਮ ਆਫ ਮੈਡੀਸਨ ਜਿੱਦਾਂ ਕਿ ਆਯੁਰਵੈਦਿਕ ਲੈ ਲਓ ਹੋਮਿਓਪੈਥੀ ਲੈ ਲਓ ਯੂਨਾਨੀ ਮੈਡੀਸਨ ਲੈ ਲਓ ਕੋਈ ਹੀ ਬ੍ਰਾਂਚ ਆਫ ਮੈਡੀਸਨ ਇਹਦੇ ਉੱਤੇ ਖਰੀ ਉਤਰ ਚੁੱਕੀ ਆ ਕੀ ਚੀਜ਼ ਆ ਕੀ ਪ੍ਰਿੰਸੀਪਲਸ ਨੇ ਨੰਬਰ 1 ਤਾਂ ਕੈਰੈਕਟਰਾਈਜੇਸ਼ਨ ਹੈ ਜਿਹਦੇ 'ਚ ਕਿ ਤੁਸੀਂ ਚੀਜ਼ ਦੇ ਬਾਰੇ ਜੋ ਵੀ ਰਿਸਰਚ ਕਰਨਾ ਚਾਹੁੰਦੇ ਉਹਦੇ ਬਾਰੇ ਪੜ੍ਹੋ ਚੰਗੀ ਤਰ੍ਹਾਂ ਓਬਜ਼ਰਵ ਕਰੋ ਉਹਨਾਂ ਨੂੰ ਮੇਜਰ ਕਰਕੇ ਹਰ ਚੀਜ਼ ਬਾਰੇ ਨੌਲੇਜ ਗ੍ਰੇਟਲੀ ਇਨਕਰੀਜ਼ ਕਰੋ ਉਸ ਨੌਲੇਜ ਦੇ ਵਿੱਚੋਂ ਨੰਬਰ 2 ਤੁਸੀਂ ਇੱਕ ਹਾਈਪੋਥੇਸਿਸ ਬਣਾਓ ਇੱਕ ਕੁਐਸਚਨ ਪੁੱਛੋ ਜਿਸ ਕੁਐਸਚਨ ਦਾ ਤੁਸੀਂ ਅੱਗੇ ਜਾ ਕੇ ਆਨਸਰ ਚਾਹੁੰਦੇ ਹੋ ਉਹ ਹਾਈਪੋਥੈਟੀਕਲ ਆਬਜ਼ਰਵੇਸ਼ਨਸ ਵੀ ਹੋ ਸਕਦੀਆਂ ਮੇਜਰਮੈਂਟਸ ਵੀ ਹੋ ਸਕਦੀਆਂ ਜੋ ਵੀ ਹੋ ਸਕਦੀਆਂ ਔਰ ਨੰਬਰ 3 ਐਕਸਪੈਰੀਮੈਂਟ ਕੋਈ ਵੀ ਕਰਨ ਤੋਂ ਪਹਿਲਾਂ ਤੁਸੀਂ ਇਹ ਆਪਣੇ ਨੌਲੇਜ ਤੋਂ ਇਹ ਪ੍ਰੈਡਿਕਟ ਕਰੋ ਕਿ ਕੀ ਹੋਣਾ ਚਾਹੀਦਾ ਕੀ ਹੋਏਗਾ ਉਹਦੇ ਵਿੱਚ ਇੱਕ ਤਾਂ ਹੈਗਾ ਤੁਹਾਡੀ ਐਕਸਪਲੇਨੇਸ਼ਨ ਹੋ ਸਕਦੀ ਹੈ ਕਿ ਇੰਡਕਸ਼ਨ ਕਿ ਜੀ ਇਹ ਤਾਂ ਮੇਰੀ ਗਟ ਫੀਲਿੰਗ ਹੈਗੀ ਹੈ ਇਹ ਮੇਰਾ ਗੈਸ ਵਰਕ ਹੈ ਇਹ ਰਿਜ਼ਲਟਸ ਆਉਣਗੇ ਦੂਸਰਾ ਹੈਗਾ ਕਿ ਡਿਡਕਸ਼ਨ ਗੈਸ ਵਰਕ ਨਹੀਂ ਕਰਨਾ ਤੁਸੀਂ ਬੜਾ ਸੋਚ ਸਮਝ ਕੇ ਜਿੰਨਾ ਵੀ ਇਨਫੋਰਮੇਸ਼ਨ ਤੁਹਾਨੂੰ ਅਵੇਲੇਬਲ ਹੈ ਉਹਨੂੰ ਰਿਡਿਊਸ ਕਰਕੇ ਰਿਜ਼ਲਟ ਤੇ ਆਓ ਰੀਜ਼ਨਿੰਗ ਨਾਲ ਕਰਕੇ ਆਓ ਕਿ ਇਹ ਗੱਲ ਹੋਣੀ ਪੋਸੀਬਲ ਹੈ ਤੀਸਰਾ ਇੱਕ ਟਾਈਪ ਦੀ ਇਨਫੋਰਮੇਸ਼ਨ ਹੈਗੀ ਆ ਕਿ ਉਹ ਇਨਫੋਰਮੇਸ਼ਨ ਹੈ ਕਿ ਇਨਵੇਰੀਐਂਟ ਉਹਦੇ ਬਾਰੇ ਹਰ ਇੱਕ ਨੂੰ ਪਤਾ ਕਿ ਇਹ ਗੱਲ ਠੀਕ ਹੈ ਸੱਚੀ ਹੈ ਪ੍ਰੂਵ ਹੋ ਚੁੱਕੀ ਹੈ ਇਸ ਟਾਈਪ ਦੀ ਇਨਫੋਰਮੇਸ਼ਨ ਨੂੰ ਲੈ ਕੇ ਤੁਸੀਂ ਪ੍ਰੈਡਿਕਟ ਕਰਦੇ ਹੋ
और फिर अपना एक्सपैरीमेंट सैटअप करते हो। एक्सपैरीमेंट दे विच कंट्रोल्स करो, डबल ब्लाइंड करो, और तुहाडा एक्सपैरीमेंट जिहड़ा होवे रीप्रोड्यूसिबल भी होवे, और तुहाडा अपना जो पर्सनल बायस जिहड़ा उहनूं परे रखण दी वो सारे एक्सपैरीमेंट दे डिजाइन दे विच पूरी पूरी चीज़ होवे। ਉਹਦੇ 'ਚ ਸਟੇजेस ਇਸ ਤਰ੍ਹਾਂ ਨੇ ਕਿ ਤੁਸੀਂ ਐਕਸਪੈਰੀਮੈਂਟ ਤੋਂ ਬਾਅਦ ਡਾਟਾ ਕਲੈਕਟ ਕਰੋ, ਉਹਨੂੰ ਐਨਾਲਾਈਜ਼ ਕਰੋ ਡਾਟੇ ਨੂੰ, ਉਹਦੀ ਫਿਰ ਇੰਟਰਪ੍ਰੀਟੇਸ਼ਨ ਕਰੋ ਡਾਟੇ ਦੀ। ਉਸ ਇੰਟਰਪ੍ਰੀਟੇਸ਼ਨ ਤੋਂ ਤੁਸੀਂ ਕਨਕਲੂਜਨਸ ਡਰਾ ਕਰੋ। ਜੋ ਕਨਕਲੂਜਨਸ ਤੁਹਾਡੇ ਨਿਕਲੇ ਨੇ ਬਿਫੋਰ ਦੇ ਕੈਨ ਬੀ ਪਬਲਿਸ਼ਡ, ਪੀਅਰ ਰਿਵਿਊ ਦੇ ਥਰੂ ਜਾਣਗੇ। ਦੂਸਰੇ ਲੋਕ ਉਸ ਨੂੰ ਕ੍ਰਿਟੀਕਲੀ ਐਨਾਲਾਈਜ਼ ਕਰਨਗੇ, ਉਹਦੇ ਬਾਰੇ ਸੋਚਣਗੇ, ਫਿਰ ਪਬਲਿਸ਼ ਹੋਏਗਾ। ਔਰ ਲਾਸਟ ਸਟੈਪ ਜਿਹੜਾ ਹੈਗਾ ਕਿ ਜੋ ਤੁਸੀਂ ਤਾਂ ਕੱਢ ਲਿਆ, ਜੋ ਦਿਸ ਪਿਆ, ਕਿ ਉਹ ਦੂਸਰੇ ਲੋਕ ਵੀ ਉਹਨੂੰ ਰੀਪਰੋਡਿਊਸ ਕਰ ਸਕਦੇ, ਦੁਬਾਰਾ ਟੈਸਟ ਕਰੋ, ਦੂਸਰੇ ਲੋਕ ਵੀ ਉਹਨੂੰ ਟੈਸਟ ਕਰਨ। ਸੋ ਇਹ ਪ੍ਰਿੰਸੀਪਲ ਨੇ। ਔਰ ਇੱਕ ਇਹ ਵੀ ਦੱਸਦੇ ਹਾਂ ਕਿ ਇੱਕ ਸਾਇੰਸ ਦੇ ਵਿੱਚ ਰੋਲ ਆਫ ਚਾਂਸ ਬਹੁਤ ਹੈ, ਖਾਸ ਕਰਕੇ ਮੈਡੀਸਨ ਦੇ ਵਿੱਚ ਤਾਂ ਇਤਫਾਕਨ ਜੋ ਚੀਜ਼ਾਂ ਆ ਜਾਂਦੀਆਂ ਨੇ, ਡਿਸਕਵਰ ਹੋ ਜਾਂਦੀਆਂ ਨੇ। ਆਲਮੋਸਟ ਤੁਸੀਂ ਕਹਿ ਸਕਦੇ ਆ 30 to 50% ਇਨੋਵੇਸ਼ਨ ਜਿਹੜੀਆਂ ਮੈਡੀਸਨ 'ਚ ਹੋਈਆਂ, ਉਹ ਤੇ ਲੋਕੀ ਸਟੰਬਲ ਅਪੋਨ ਹੀ ਹੋਏ ਆ, ਐਵੇਂ ਹੀ ਮਤਲਬ ਉਹਨਾਂ ਦੇ ਹੱਥ ਲੱਗ ਗਈਆਂ। ਪਰ ਇੱਕ ਲੂਈ ਪਾਸਚਰ ਨੇ ਕਿਹਾ ਕਿ ਜੇ ਤੁਸੀਂ ਤੁਹਾਡਾ ਪ੍ਰੀਪੇਅਰਡ ਮਾਈਂਡ ਹੈ, ਉਹਦੇ ਨਾਲ ਯੂ ਆਰ ਵੈਰੀ ਲੱਕੀ ਟੂ ਸਟੰਬਲ ਅਪੋਨ ਇਹੀਆਂ ਚੀਜ਼ਾਂ। ਇਹਦੇ ਐਕਸੀਡੈਂਟਲ ਜਿਹੜੀ ਰਿਸਰਚ ਹੋਈ ਆ ਜਾਂ ਆਬਜ਼ਰਵੇਸ਼ਨ ਜਾਂ ਇਨੋਵੇਸ਼ਨਸ ਹੋਈਆਂ, ਉਹਦੇ ਲਈ ਤੁਸੀਂ ਇੱਕ ਲਾ ਲਓ ਕਿ ਨਿਊ ਬੋਰਨ ਜੌਂਡਿਸ ਜਿਹੜਾ ਇੱਕ ਨਰਸ ਦੀ ਆਬਜ਼ਰਵੇਸ਼ਨ ਸੀ ਕਿ ਜਿਹੜਾ ਯੈਲੋ ਜੌਂਡਿਸ ਨਿਊ ਬੋਰਨ ਬੇਬੀਜ਼ ਨੂੰ ਇੱਕ ਪਹਿਲੇ ਹਫਤੇ ਦੇ ਵਿੱਚ ਹੁੰਦਾ, ਜਿਹੜੇ ਬੱਚੇ ਤੇ ਵਿੰਡੋ ਚੋਂ ਜਿੱਥੇ ਧੁੱਪ ਆਉਂਦੀ ਹੈ ਉਹਦੇ ਨੇੜੇ ਨੇੜੇ ਪਏ ਨੇ, ਉਹਨਾਂ ਦਾ ਜੌਂਡਿਸ ਲੈਵਲ ਘੱਟ ਹੈ। ਜਿਹੜੇ ਬੱਚੇ ਵਿੰਡੋ ਤੋਂ ਦੂਰ ਪਏ ਨੇ, ਧੁੱਪ ਨਹੀਂ ਆਉਂਦੀ, ਉਹਨਾਂ ਦਾ ਜੌਂਡਿਸ ਲੈਵਲ ਬਹੁਤ ਜ਼ਿਆਦਾ ਵੱਧ ਜਾਂਦਾ। ਔਰ ਤੁਹਾਨੂੰ ਪਤਾ ਹੋਏਗਾ ਕਿ ਜੌਂਡਿਸ ਬੜਾ ਇੱਕ ਕੈਮੀਕਲ ਸਰਕੂਲੇਟਿੰਗ ਐਲੀਮੈਂਟ ਹੈ, ਜਿਹੜਾ ਕਿ ਬੋਡੀ ਦੇ ਵਿੱਚ ਜਦੋਂ ਉਹਦੀ ਲੈਵਲ ਵੱਧ ਜਾਂਦੇ ਨੇ, ਉਹ ਤੁਹਾਡੇ ਦਿਮਾਗ, ਬੱਚੇ ਦੇ ਦਿਮਾਗ ਨੂੰ ਡੈਮੇਜ ਕਰ ਸਕਦੇ ਨੇ। ਕਰਨਿਕਟਿਸ ਨਾਂ ਦੀ ਬਿਮਾਰੀ ਆ, ਕਾਫੀ ਉਸ ਟਾਈਮ ਦੇ ਉੱਤੇ ਬਹੁਤ ਹੀ ਕਾਮਨ ਤਾਂ ਨਹੀਂ ਸੀ, ਪਰ ਬੱਚਿਆਂ ਦੇ ਬ੍ਰੇਨ ਡੈਮੇਜ ਹੋਏ ਨੇ ਹਾਈ ਲੈਵਲ ਆਫ ਜੌਂਡਿਸ ਨਾਲ। ਹੁਣ ਅੱਜ ਕੱਲ੍ਹ ਤਾਂ ਅਸੀਂ ਹਾਰਡਲੀ ਵੀ ਸੀ। ਇਸੇ ਆਬਜ਼ਰਵੇਸ਼ਨ ਤੋਂ ਸਪੈਸ਼ਲ ਲਾਈਟਾਂ ਬਣੀਆਂ ਜਿਹੜੀਆਂ ਕਿ ਬੱਚਿਆਂ ਨੂੰ ਤੁਸੀਂ ਐਕਸਪੋਜ਼ ਕਰਕੇ ਉਹਨਾਂ ਦਾ ਜੌਂਡਿਸ ਲੈਵਲ ਥੱਲੇ ਰੱਖ ਸਕਦੇ ਹੋ। ਐਕਸਰੇ ਦੀ ਗੱਲ ਆਪਾਂ ਦੇਖੀ ਆ, ਕਿੱਦਾਂ ਵਿਲਹੈਮ ਰੋਂਟਜਨ ਨੇ ਉਹ ਡਿਸਕਵਰ ਕੀਤਾ ਜਦੋਂ ਹੱਥ ਆਪਣਾ ਵਿੱਚ ਫਸਾ ਦਿੱਤਾ ਕੈਥੋਡ ਰੇਜ਼ ਦੇ ਵਿੱਚ ਤੇ ਬੋਨਜ਼ ਹੀ ਦਿਸੀਆਂ। ਪੈਨਿਸਿਲਿਨ ਦੀ ਵੀ ਇਹੀ ਸਟੋਰੀ ਆ। ਅਲੈਗਜ਼ੈਂਡਰ ਫਲੈਮਿੰਗ ਗਰੋ ਕਰ ਰਿਹਾ ਬੈਕਟੀਰੀਆ ਨੂੰ। ਕੁਛ ਡਿਸ਼ਿਸ, ਪੈਟਰੀ ਡਿਸ਼ਿਸ ਪੁਰਾਣੀਆਂ ਸੀ, ਨਵੀਆਂ ਦੇ ਵਿੱਚ ਤਾਂ ਬੈਕਟੀਰੀਆ ਗਰੋ ਹੋ ਗਏ, ਪੁਰਾਣੀਆਂ ਡਿਸ਼ਿਸ ਦੇ ਵਿੱਚ ਨਾਲ ਫੰਗਸ ਵੀ ਗਰੋ ਹੋ ਗਈ। ਔਰ ਉਹਨੇ ਦੇਖਿਆ ਕਿ ਜਿੱਥੇ ਜਿੱਥੇ ਫੰਗਸ ਗਰੋ ਹੋਈ ਹੈ ਉੱਥੇ ਬੈਕਟੀਰੀਆ ਗਰੋ ਨਹੀਂ ਹੋਏ। ਕਿੰਨੀ ਆਬਜ਼ਰਵੇਸ਼ਨ, ਜਿਸ ਦੇ ਨਾਲ ਕਿ ਦੁਨੀਆ ਦਾ ਸਿਲਸਿਲਾ ਹੀ ਉੱਪਰ ਥੱਲੇ ਹੋ ਗਿਆ ਸਾਰੇ ਦਾ ਸਾਰਾ। ਅੱਗੇ ਅਸੀਂ ਚੱਲਦੇ ਹਾਂ। ਮੈਂ ਇੱਥੇ ਇੱਕ ਗੱਲ ਤੁਹਾਨੂੰ ਦੱਸਦੇ ਹਾਂ ਕਿ ਜਦੋਂ ਅਸੀਂ ਗੱਲ ਕਰ ਰਹੇ ਸੀ ਕਿ ਪੈਨਿਸਿਲਿਨ ਹੋਈ ਆ, ਜਰਮ ਥਿਊਰੀ ਹੋਈ ਆ, ਜੌਨਸ ਹਾਪਕਿਨ ਵਾਲਿਆਂ ਨੇ 1889 ਦੇ ਵਿੱਚ ਇੱਕ ਜਦੋਂ ਹਸਪੀਟਲ ਸ਼ੁਰੂ ਹੋਇਆ ਤੇ ਉਹਦੀ ਇੱਕ ਬ੍ਰਾਂਚ ਜਿਹੜੀ ਸੀਗੀ, ਉਹਨਾਂ ਨੇ ਸੈਟੇਲਾਈਟ ਬ੍ਰਾਂਚਿਸ ਬਣਾਈਆਂ ਹੁੰਦੀਆਂ ਸੀ। ਉਹ ਸਾਡੇ ਲੁਧਿਆਣੇ ਦੇ ਕੋਲ ਵੀ ਉਹਨਾਂ ਦੀ ਇੱਕ ਬ੍ਰਾਂਚ ਹੁੰਦੀ ਸੀ। ਉਹਨਾਂ ਦੇ ਵਿੱਚ ਉਹ ਸਾਰੀਆਂ ਰਿਸਰਚ ਕਰਦੇ ਸੀ, ਉਹਨਾਂ ਨੂੰ ਵੈਕਸੀਨੇਸ਼ਨ ਦਿੰਦੇ ਸੀ, ਬੱਚਿਆਂ ਦੀ ਕਰਦੇ ਸੀ। ਔਰ ਉਸ ਜ਼ਮਾਨੇ 'ਚ ਇਹ ਹਾਲਤ ਸੀ ਕਿ ਪੰਜਾਬ ਦੇ ਜੇ ਪਿੰਡ ਦੇ ਵਿੱਚ ਨਵਾਂ ਬੱਚਾ ਹੋਇਆ, ਉੱਥੇ ਦਾਈਆਂ ਨੇ ਹੱਥ ਧੋਏ ਦੇ ਬਿਨਾਂ ਬੱਚੇ ਦੀ ਅੰਬਲੀਕਲ ਕਾਰਡ ਨੂੰ ਜਾਂ ਤੇ ਦਾਤਰੀ ਨਾਲ ਕੱਟ ਲੈਣਾ, ਤੇ ਜਾਂ ਫਿਰ ਉਹ ਜਿਹੜਾ ਗੰਨੇ ਚੂਪਦੇ ਆ ਤੇ ਉਹਦੀ ਛਿਲਕ ਦਾ ਤਿੱਖਾ ਜਿਹਾ ਹਿੱਸਾ ਉਹਦੇ ਨਾਲ ਕੱਟ ਦੇਣਾ। ਇੰਨੀ ਜ਼ਿਆਦਾ ਇਨਫੈਕਸ਼ਨ ਉੱਥੋਂ ਟੈਟਨਸ ਹੁੰਦੀ ਸੀ ਕਿ ਦੇਰ ਵਾਜ਼ ਅ ਚਾਂਸ ਆਫ 1 to 5 ਚਾਂਸ ਕਿ ਉਹ ਬੱਚਾ ਵਿਲ ਬੀ ਏਬਲ ਟੂ ਲਿਵ। ਔਰ ਅਸੀਂ ਤਾਂ ਜਦੋਂ ਕੰਮ ਕਰਦੇ ਸੀਗੇ ਉੱਥੇ ਦੇਖੇ ਆ, ਪਿੰਡਾਂ ਚੋਂ ਬੱਚੇ ਛੋਟੇ ਆਉਂਦੇ ਆ ਟੈਟਨਸ ਦੇ ਨਾਲ ਮਰਦੇ।
ਔਰ ਨਾਰੰਗ ਵਾਲਿਆਂ ਦਾ ਜਿਹੜਾ ਆਫਸ਼ੂਟ ਲੁਧਿਆਣੇ ਸੀ, ਉਹਨਾਂ ਨੇ 10 ਸਾਲਾਂ ਦੇ ਅੰਦਰ ਅੰਦਰ ਵੈਕਸੀਨੇਸ਼ਨ, ਇਮਿਊਨਾਈਜੇਸ਼ਨ, ਹੈਲਥ ਹਾਈਜੀਨ, ਨਰਸ, ਦਾਈਆਂ ਨੂੰ ਟ੍ਰੇਨ ਕਰਕੇ 10 ਸਾਲਾਂ ਦੇ ਅੰਦਰ ਅੰਦਰ ਚੀਜ਼ਾਂ ਇੰਨੀਆਂ ਅੰਡਰ ਕੰਟਰੋਲ ਕਰ ਲਈਆਂ ਕਿ ਬਹੁਤ ਹੀ ਜ਼ਿਆਦਾ ਉਹ ਹੈਰਾਨੀ ਦੀ ਗੱਲ ਸੀ। ਅੱਛਾ, ਅੱਗੇ ਚੱਲਦੇ ਹਾਂ ਕਿ ਹੁਣ 20th ਸੈਂਚੁਰੀ ਦੇ ਵਿੱਚ ਫਿਰ ਇਨੋਵੇਸ਼ਨਸ ਕੰਟੀਨਿਊ ਹੋ ਰਹੀਆਂ। ਅਲਟਰਾਸਾਊਂਡ ਆਏ, ਕੈਟ ਸਕੈਨ ਆਏ, MRI ਆਏ, ਔਰ ਮੈਂ ਸਮਝਦਾ ਕਿ ਜੇ ਵੱਡੀ ਗੱਲ ਹੋਈ ਆ ਤੇ ਉਹ ਹੈ ਕਿ ਪੈਰੈਂਟਲ ਨਿਊਟ੍ਰੀਸ਼ਨ। ਤੁਸੀਂ ਮਰੀਜ਼ ਨੂੰ ਇੰਟਰਾਵੀਨਸ ਨਿਊਟ੍ਰੀਸ਼ਨ, ਪ੍ਰੋਟੀਨ, ਵਿਟਾਮਿਨਸ ਐਂਡ ਫੈਟ ਸਾਰਾ ਕੁਝ ਦੇ ਸਕਦੇ ਹੋ, ਜਿੰਦਾ ਰੱਖ ਸਕਦੇ ਹੋ, ਖਾਣ ਦੀ ਕੋਈ ਲੋੜ ਨਹੀਂ। ਦੂਸਰੀ ਗੱਲ ਜਿਹੜੀ ਵੱਡੀ ਗੱਲ ਹੋਈ ਹੈ ਕਿ ਟੈਕਨੋਲੋਜੀ ਜਿਹੜੀ ਆ ਉਹਦੀ ਮਾਈਕਰੋਨਾਈਜੇਸ਼ਨ ਹੋ ਗਈ। ਟੈਕਨੋਲੋਜੀ ਦੇ ਇੰਸਟਰੂਮੈਂਟ ਤੇ ਤਾਰਾਂ ਤੇ ਕੈਥੇਟਰ ਇੰਨੇ ਛੋਟੇ ਤੋਂ ਛੋਟੇ ਤੋਂ ਛੋਟੇ ਤੇ ਛੋਟੇ ਹੁੰਦੇ ਚਲੇ ਗਏ ਨੇ ਕਿ ਤੁਹਾਨੂੰ ਇਸ ਵੇਲੇ ਪੇਸ਼ੈਂਟ ਨੂੰ ਸਰਜੀਕਲੀ ਖੋਲਣ ਦੀ ਵੀ ਲੋੜ ਨਹੀਂ। ਕੈਥੇਟਰ ਪਾਓ ਬਾਂਹ ਦੇ ਵਿੱਚ ਦੀ, ਇੱਕ ਵੇਨ ਦੇ ਆਰਟਰੀ ਦੇ ਵਿੱਚ ਦੀ, ਸਾਰੀ ਬੋਡੀ ਦੇ ਵਿੱਚ ਉਹ ਕੈਥੇਟਰ ਤੁਸੀਂ ਘੁਮਾ ਸਕਦੇ ਹੋ। ਉੱਥੇ ਜਿੱਦਾਂ ਕਾਰਡੀਅਕ ਐਥੇ ਵਾਲੇ ਨੇ ਬ੍ਰੇਨ ਦੇ ਵਿੱਚੋਂ ਬਲੱਡ ਕਲੌਟ ਕੱਢ ਲੈਂਦੇ ਨੇ, ਲੱਤਾਂ ਚੋਂ ਕੱਢ ਲੈਂਦੇ ਨੇ। ਮਾਈਕਰੋਨਾਈਜੇਸ਼ਨ ਆਫ ਟੈਕਨੋਲੋਜੀ ਜਿਹੜੀ ਹੋਈ ਆ ਪੈਰੈਂਟਲ ਨਿਊਟ੍ਰੀਸ਼ਨ ਦੇ ਨਾਲ, ਮੈਨੂੰ ਲੱਗਦਾ ਇਹ ਦੋ ਬਹੁਤ ਵੱਡੀਆਂ ਇਸ ਵੇਲੇ ਇਨਵੈਂਸ਼ਨਸ ਹੋਈਆਂ ਨੇ। ਅੱਛਾ, ਹੁਣ ਅਸੀਂ ਦੇਖਦੇ ਹਾਂ ਕਿ ਜਿਉਂ ਅਸੀਂ ਹਿਸਟਰੀ ਫਰੋਲੀ ਆ ਇਸ ਰਿਲੇਸ਼ਨ ਦੀ, ਸਾਇੰਸ ਦੀ ਔਰ ਮੈਡੀਸਨ ਦੀ, ਕਿਹੜੇ ਕਿਹੜੇ ਫੈਕਟਰ ਨੇ ਜਿਹੜੇ ਇਸ ਰਿਲੇਸ਼ਨਸ਼ਿਪ ਨੂੰ ਸਟ੍ਰੇਨ ਕੀਤਾ, ਜਿਹਦੇ ਨਾਲ ਕਿ ਸੈਟਬੈਕਸ ਹੋਈਆਂ ਜਾਂ ਅੱਗੇ ਵਧੀ ਆ ਹਿਊਮਨ ਜਿਹੜੀ ਕੇਅਰ ਜਿਹੜੀ ਹੈਗੀ ਆ। ਨੰਬਰ 1 ਤਾਂ ਜਿਹੜਾ ਸੈਟਬੈਕ ਸੀ ਉਹ ਹੈਗਾ ਕਿ ਫਿਊਟਾਈਲ ਰਿਸਰਚ। ਲੋਕੀ ਸਮਝਦੇ ਨੇ ਕਿ ਰਿਸਰਚ ਵਾਲੇ ਐਵੇਂ ਮਾਰੇ ਜਾਂਦੇ ਨੇ, ਉਹਦੇ ਲਈ ਆਪਣਾ ਦਿਮਾਗ ਯੂਜ਼ ਕਰਕੇ ਉਹਨੂੰ ਸਮਝਣ ਲਈ ਉਹਦੇ ਹਾਰਡ ਵਰਕ ਨਹੀਂ ਕਰਨਾ ਚਾਹੁੰਦੇ। ਦੇ ਵਾਂਟ ਕੁਇਕ ਐਂਡ ਈਜ਼ੀ ਆਨਸਰਸ। ਇੱਕ ਤਾਂ ਮੈਨੂੰ ਲੱਗਦਾ ਕਿ ਇਹ ਰਿਟਾਰਡਿੰਗ ਫੈਕਟਰ ਹੈਗਾ। ਨੰਬਰ 2 ਜਿਹੜਾ ਕਿ ਅਥਾਰਟੀ ਕੰਟਰੋਲ। ਇਹਦੇ ਵਿੱਚ ਅਥਾਰਟੀ ਜਾਂ ਕਿ ਕਿੰਗਸ ਹੋ ਗਏ ਜਾਂ ਰਾਜੇ ਹੋ ਗਏ ਤੇ ਜਾਂ ਕੋਈ ਤੁਹਾਡੇ ਬੋਰਡਸ ਹੋ ਗਏ ਤੇ ਰਿਲੀਜਨ ਹੋਇਆ, ਚਰਚ ਹੋਇਆ, ਬਾਕੀ ਜੋ ਵੀ ਆ ਅਥਾਰਟੀ ਦੀਆਂ ਪੋਜੀਸ਼ਨਸ ਜਿਹੜੀਆਂ, ਇਹਨਾਂ ਨੇ ਵੀ ਕਾਫੀ ਇਸ ਚੀਜ਼ ਨੂੰ ਪਿੱਛੇ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਤੀਸਰੇ ਲੋਕ ਨੇ ਕਿ ਟ੍ਰੈਡੀਸ਼ਨਲਿਸਟ ਜਿਹੜੇ ਬੰਦੇ ਨੇ ਉਹ ਕਿਸ ਪੁਆਇੰਟ ਆਫ ਵਿਊ ਨਾਲ ਟਰੂਥ ਚਾਹੁੰਦੇ ਨੇ। ਉਹ ਟਰੂਥ ਨਹੀਂ ਚਾਹੁੰਦੇ, ਉਹ ਪੁਰਾਣੇ ਤਰੀਕੇ ਦੇ ਨਾਲ ਹੀ ਰਿਲੀਜਨ ਦਾ ਖਾਸ ਕਰਕੇ ਇਹਦੇ ਵਿੱਚ ਬਹੁਤ ਹੀ ਸੈਟਬੈਕਸ ਰਿਹਾ ਇਸ ਰਿਲੇਸ਼ਨਸ਼ਿਪ ਦੇ ਵਿੱਚ, ਔਰ ਇਨਡਾਇਰੈਕਟਲੀ ਐਡਵਾਂਸਮੈਂਟ ਆਫ ਹੈਲਥ ਕੇਅਰ ਦੇ ਵਿੱਚ। ਇੱਕ ਹੋਰ ਵੱਡੀ ਗੱਲ ਜਿਹੜੀ ਕਿ ਡਰਾਬੈਕ ਸੀ ਪਹਿਲਾਂ, ਅਨਵਿਲਿੰਗਨੈਸ ਟੂ ਸ਼ੇਅਰ ਨੌਲੇਜ। ਪੁਰਾਣੇ ਜ਼ਮਾਨੇ ਦੇ ਰਿਸ਼ੀਆਂ, ਮੁਨੀਆਂ, ਡਾਕਟਰਾਂ, ਵੱਡਿਆਂ ਵੱਡਿਆਂ ਨੇ ਇਹਨੂੰ ਬਿਜ਼ਨਸ ਬਣਾਇਆ ਹੋਇਆ ਸੀ ਔਰ ਦੂਸਰੇ ਦੇ ਨਾਲ ਸ਼ੇਅਰ ਕਰਨ ਨੂੰ ਤਿਆਰ ਨਹੀਂ ਸੀ। ਕਈ ਤੇ ਰਿਸ਼ੀ ਮੁਨੀ ਮਰਦੇ ਮਰ ਜਾਣਗੇ ਔਰ ਸੀਕ੍ਰੇਟਿਵ ਜਿਹੜੀ ਕੋਈ ਇਨਫੋਰਮੇਸ਼ਨ ਹੈ ਆਪਣੇ ਸ਼ਿਸ਼ਯ ਨੂੰ ਵੀ ਨਹੀਂ ਦੇਣਗੇ। ਇਹ ਚੀਜ਼ ਬੜੀ ਸੋਲਵ ਹੋ ਗਈ ਹੈ ਕਮਿਊਨੀਕੇਸ਼ਨ ਦੇ ਨਾਲ ਇਸ ਜ਼ਮਾਨੇ ਦੇ ਵਿੱਚ ਕਿ ਨੌਲੇਜ ਦੀ ਵਿਲਿੰਗਨੈਸ, ਨੌਲੇਜ ਇਜ਼ ਐਵਰੀਵੇਅਰ। ਦੁਨੀਆ 'ਚ ਕਿਤੇ ਤੁਸੀਂ ਬੈਠੇ ਹੋ, ਨੌਲੇਜ ਅਵੇਲੇਬਲ ਹੈ ਤੁਹਾਨੂੰ। ਅੱਛਾ, ਅੱਗੇ ਪ੍ਰੋਫੈਸ਼ਨਲ ਰਾਈਵਲਰੀ ਬੜੀ ਹੋਈ ਆਪਸ 'ਚ, ਪ੍ਰੋਫੈਸ਼ਨਲ ਦੀ, ਡਾਕਟਰਾਂ ਦੀ, ਦੂਸਰਿਆਂ ਲੋਕਾਂ ਦੀ, ਔਰ ਜਿਹੜੀਆਂ ਦੁਨੀਆਂ ਐਸੋਸੀਏਸ਼ਨ ਬਣੀਆਂ ਉਹਨਾਂ ਦੇ ਵਿੱਚ ਇਸ ਕਰਕੇ ਵੀ ਸੈਟਬੈਕ ਆਈ ਆ। ਨੰਬਰ 6 ਜੇ ਅਸੀਂ ਕਹਿ ਸਕਦੇ ਹਾਂ ਕਿ ਬਿਗਟਰੀ, ਕਿ ਦੂਸਰੇ ਦੇ ਵਿਊ ਪੁਆਇੰਟ ਨੂੰ ਤੁਸੀਂ ਟੋਟਲੀ ਇਨਟੋਲਰੈਂਟ ਹੋ। ਭਾਵੇਂ ਅਗਲੇ ਦਾ ਵਿਊ ਪੁਆਇੰਟ ਚੰਗਾ ਜਾਂ ਮਾੜਾ ਉਹਦੀ ਨਹੀਂ ਗੱਲ, ਪਰ ਜੋ ਤੁਸੀਂ ਵਿਊ ਪੁਆਇੰਟ ਰੱਖਦੇ ਹੋ ਭਾਵੇਂ ਉਹ ਇਸ ਵੇਲੇ ਡਿਸਕਾਰਡ ਹੋ ਚੁੱਕਾ, ਬਟ ਯੂ ਗੋਇੰ ਟੂ ਸਟਿਕ ਵਿਦ ਦ ਓਲਡ ਟ੍ਰੈਡੀਸ਼ਨ, ਪ੍ਰੈਜੂਡਿਸਡ ਵਿਊ ਪੁਆਇੰਟ ਜਿਹੜਾ ਹੋਣਾ ਉਹ ਰਹਿਣਗੇ। ਅੱਛਾ, ਇਹਦੇ ਵਿੱਚ ਇੱਕ ਹੋਰ ਵੀ ਗੱਲ ਹੈ ਜਿਹਨੂੰ ਮੈਂ ਕਹਿ ਰਿਹਾ ਇਸ ਵੇਲੇ ਕਿ ਫਰਾਡੂਲੈਂਟ ਬਿਗਟਰੀ ਹੈਗੀ ਆ। ਉਹ ਲੋਕਾਂ ਨੂੰ ਪਤਾ ਕਿ ਅਸੀਂ ਜਿਹੜੀ ਵਿਊ ਪੁਆਇੰਟ ਅਸੀਂ ਪ੍ਰੋਪਗੇਟ ਕਰਦੇ ਹਾਂ ਉਹ ਗਲਤ ਹੈ, ਉਹ ਆਪਣੇ ਪਰਸਨਲ ਗੇਨ ਦੇ ਲਈ ਉਸ ਵਿਊ ਨੂੰ ਫਿਰ ਵੀ ਫਰਾਡੂਲੈਂਟਲੀ ਐਕਸਪੋਜ਼ ਕਰੀ ਚਲੇ ਜਾਂਦੇ, ਪ੍ਰੋਪਗੇਟ ਕਰੀ ਚਲੇ ਜਾਂਦੇ ਨੇ। ਜਿੱਦਾਂ ਕਿ ਫਾਰ ਐਗਜ਼ਾਮਪਲ ਕੋਵਿਡ ਵੈਕਸੀਨ ਦੀ ਲਾ ਲਓ, ਜਿਹੜੇ
कई लोग ऐसे ने लीडर ने इन हाई पोजीशन आप तो वैक्सीन लवा के बैठे ने पर दूसरे लोगों को डिस्करेज करते हैं और ये काफ़ी सैटबैक करते हैं। मेरा ख्याल है अखीर तक गल आ जाती कि जिते परसनल गेन आ जाता लोगों को या किसी एसोसीएशन या किसी भी वड्डे इदारे परसनल इकनॉमिक गेन या कोई होर गेन होवे वही रीजन है जिस करके सैटबैक फैक्टर्स जिहड़े ने ਇਹਦੇ ਤੇ ਸਟ੍ਰੇਨ ਪਾਉਂਦੇ ਰਹੇ ਨੇ ਹੈਲਥ ਕੇਅਰ ਦੇ ਪ੍ਰੋਪਗੇਸ਼ਨ ਲਈ। ਅੱਛਾ, ਇਹ ਜਿਹੜੀ ਅਖੀਰਲੀ ਸਲਾਈਡ ਹੈ ਮੈਂ ਇਹ ਆਪ ਹੀ ਥੋੜੀ ਜਿਹੀ ਐਬਸਟਰੈਕਟ ਥਿੰਕਿੰਗ ਦੇ ਨਾਲ ਬਣਾਈ ਹੈ ਕਿ ਦੇਖੋ ਹਿਸਟਰੀ ਦੇ ਥਰੂ ਅਸੀਂ ਗਏ ਹਾਂ ਕਿ ਕਿੱਦਾਂ ਕਿੱਦਾਂ ਚੀਜ਼ਾਂ ਹੋਈਆਂ, ਕਿੱਦਾਂ ਕਿੱਦਾਂ ਰਿਲੇਸ਼ਨਸ਼ਿਪ ਆਇਆ। ਸਭ ਤੋਂ ਪਹਿਲਾਂ ਤੇ ਸੁਪਰ ਨੈਚੁਰਲ ਪਾਵਰਸ ਹੁੰਦੀਆਂ ਸੀ, ਸਮਝਦੇ ਸੀ ਕਿ ਉਹਨਾਂ ਕਰਕੇ ਸਾਰੀਆਂ ਬਿਮਾਰੀਆਂ ਹੁੰਦੀਆਂ ਤਾਂ ਜੋ ਹੋਣਾ ਸੋ ਹੋਣਾ ਤਕਦੀਰ ਦੇ ਨਾਲ ਹੀ ਹੋਣਾ। ਉਹ ਤੋਂ ਬਾਅਦ ਫਿਰ ਨੇਚਰ ਤੇ এনवायरमेंट ਦੀ ਇੰਪੋਰਟੈਂਸ ਹੋਣੀ ਸ਼ੁਰੂ ਹੋਈ। ਫਿਰ ਇੱਕ ਆਰਟ ਬਣ ਗਿਆ, आर्ट और प्रोफेशन ऑफ हीलिंग बन गया और इस बड़े बड़े डॉक्टर बड़े बड़े हीलर्स बने ने और आदमी इस टाइम ते एक बहुत बड़ा हीलर से उन्हें आर्ट सीखिया, ट्रिक सीखे, सारा कुछ सीखिया, हीलर बनया। हुण फिर अगे जो चलते आए हैं हिस्टरी दे विच ते मैन दे नाल साइंस ने उन्हें हेल्प करनी शुरू कर दी। शुरू दे विच साइंस की हेल्प सिर्फ वो सोचण तक ही सी। फिर ज्यों ज्यों इंडस्ट्रियल रेवोल्यूशन वगैरह आया, 19th सेंचुरी आई, टेक्नोलॉजी ने इन्ना ज़्यादा हेल्प किया इंसान कि हुण इस वेले ये हालत हो गई है कि साइंस या टेक्नोलॉजी कहे दैट्स इन द लीडिंग रोल और मैन या कि प्रैक्टिस करने वाला बंदा वो ये सैकेंडरी रोल दे विच है। मैनू ये लगता कि जे इस तरह प्रोग्रेशन होंदी गई आर्टिफिशियल इंटैलीजेंस जिहड़ी कि फिर कह सकते हैं इनविजिबल चीज़ हो गई है, सुपर नैचुरल पावर इनविजिबल सी, ये भी हुण कोई इनविजिबल चीज़ ही हो गई है। इस स्टेज दे उत्ते आके मैन दा रोल, डॉक्टर दा रोल काफ़ी घट जाएगा। ये मैं आप ही सोच के बनाई है, ये विच काफ़ी कुछ असीं डिस्कस कर सकते हैं पर एक गल मैं कह सकदा कि ये जिहड़ी प्रोग्रेशन हुई है साइंस दी और मेडिसिन द रिलेशन दी ये प्रैक्टिस जिहड़ी है डिफरेंट जगह ते डिफरेंट एदी प्रैक्टिस लैवल दी हुई है। ईवन तुसीं हुण लगो कई जगह दे उत्ते हाले भी सुपर नैचुरल काम चल रहा, कई जगह दे उत्ते आर्टिफिशियल इंटैलीजेंस आई है, कई जगह दे उत्ते ये वाइड स्प्रैड जिहड़ा रोल है ईवनली नहीं हो रहा, किते कुछ हो रहा किते कुछ हो रहा, ये मिक्सचर ऑफ सब कुछ ईवन नाउ हो चला जा रहा। दूसरा बड़ा पॉइंट मैं ये समझदा कि ओवरऑल ह्यूमैनिटी दे लई साइंस दा और मेडिसिन दा रिलेशनशिप जिहड़ा हैगा बहुत पॉजिटिव रहा और ये हो सकता कि सम सैगमेंट्स ऑफ द सोसाइटी उन्होंने सफर किया जिन्होंने इस चीज़ के रिलेशनशिप नू अंडरमाइन किया या नहीं समझे। डॉक्टरां दी ही ला लो तुसीं, इस दे विच बड़े क्वेश्चनस ने कि किवें उन्हां दी अगे होएगी, पर जो ह्यूमैनिटी नू ओवरऑल मैनूं लगदा ये फायदा हुंदा ही चला गया रिलेशन दे नाल। कोई सैगमेंट्स ऑफ सोसाइटी नू भावें सैटबैक्स हुंदी होएगी पर ओवरऑल ह्यूमैनिटी नू इस रिलेशनशिप दा साइंस दा और मेडिसिन दा फायदे तो फायदा ही हुंदा चला गया। बहुत बहुत मेहरबानी, फिर आप डिस्कस करांगे। ਇਹਦੇ ਤੁਸੀਂ ਇਹ ਵੀ ਦੱਸ ਦਿਓ ਕਿ ਜਿਹੜੀ ਸਾਰੀ ਇਨਫੋਰਮੇਸ਼ਨ ਹੈ ਟੂ ਦ ਬੈਸਟ ਆਫ ਮਾਈ ਨੌਲੇਜ ਤੇ ਜੇ ਕੋਈ ਗਲਤੀ ਹੋ ਗਈ ਤਾਂ ਮਾਫ ਕਰ ਦਿਓ। ਉਹ ਬਾਤ ਕਰਾਂਗੇ ਹੁਣੇ ਪਾਉਣਾ ਦੇ ਵਿੱਚ ਇਹਨਾਂ ਨੇ ਕਰ ਦੇਣਾ ਨਾ अच्छा मैं ਜਿਹੜੀ ਸਾਰੀ ਇਨਫੋਰਮੇਸ਼ਨ ਪ੍ਰੈਜ਼ੈਂਟ ਕੀਤੀ ਹੈ ਇਹਦੇ ਵਿੱਚ ਕਾਫੀ ਮੇਰਾ ਆਪਣਾ ਵਿਊ ਪੁਆਇੰਟ ਵੀ ਹੈ और जिन्नी मैं एरियाज समझ सकिया क्योंकि बहुत बड़ा फील्ड है, सारे फील्ड नू क्रिटिकली एनालाइज करना तो बहुत मुश्किल काम है
ਜਿੱਦਾਂ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਇਹ ਜਿਹੜਾ ਵਾਈਲਡ ਐਨੀਮਲ ਹੈ, ਇਹਨੂੰ ਮੈਂ ਥੋੜੀ ਜਿਹੀ ਨੱਥ ਪਾ ਕੇ ਤੇ ਕੰਟਰੋਲ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਆ। ਕਈ ਗਲਤੀਆਂ ਵੀ ਹੋ ਸਕਦੀਆਂ, ਸੋ ਇਹਦੇ ਲਈ ਮੈਂ ਜੇ ਕਿਸੇ ਨੂੰ ਕੁਝ ਹਰਟ ਹੋਇਆ ਹੋਵੇ ਜਾਂ ਕੋਈ ਗੱਲ ਹੋਵੇਗੀ, ਸੋ ਆਈ ਡਿਡਨਟ ਮੀਨ ਦੈਟ ਵੇ। ਬਹੁਤ ਬਹੁਤ ਮਿਹਰਬਾਨੀ।